ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। 84 ਲੱਖ ਜੂਨਾ ਦੇ ਰਿਜ਼ਕ ਦਾਤੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਅਪਾਰ ਰਹਿਮਤ ਕਿਰਪਾ ਕਰਕੇ ਸਾਨੂੰ ਦੁਨਿਆਵੀ ਜੀਵਾਂ ਨੂੰ ਸਤ ਸੰਗਤ ਦੀਆਂ ਸੁਭਾਗੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਆਓ ਜੋ ਮਹਾਂਪੁਰਖਾਂ ਦੇ ਸਥਾਨ ਤੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਏ, ਉਹਦਾ ਸੋਭਨੀਕ ਸਮਾਂ ਬਣ ਆਇਆ। ਆਪਾਂ ਮਿਲ ਬੈਠ ਕੇ ਸੱਚੇ ਪਾਤਸ਼ਾਹ ਜੀਆਂ ਦੇ ਇਤਿਹਾਸ ਨੂੰ ਵਾਚਨਾ ਕਰੀਏ। ਆਓ ਸਭ ਤੋਂ ਪਹਿਲਾਂ ਕਲਗੀਧਰ ਪਿਤਾ ਜੀਆਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਜੀ। ਮਿਲ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਕੱਲ੍ਹ ਦੇ ਅਧਿਆਏ ਅੰਦਰ ਸਰਵਣ ਕੀਤਾ ਕਿ ਸ਼ਾਹਜਹਾਨ ਦੀਆਂ ਫੌਜਾਂ ਕੂਚ ਕਰਕੇ ਲਾਹੌਰ ਤੋਂ ਚੱਲ ਆਈਆਂ। ਆ ਕੇ ਰਸਤੇ ਵਿੱਚ ਸਤਲੁਜ ਬਿਆਸਾ ਨੂੰ ਪਾਰ ਕਰਦੇ ਹੋਏ ਬੇੜੀਆਂ 'ਤੇ ਸਵਾਰ ਹੋ ਕੇ ਐਵੇਂ ਦਰਿਆ ਨੂੰ ਪਾਰ ਕੀਤਾ। ਕਹਿੰਦੇ ਥੱਕੇ ਸਨ, ਪਹਿਲਾਂ ਤਾਂ ਕਿਤੇ ਰੁਕੇ ਨਹੀਂ, ਪਰ ਥਕਾਨ ਕਰਕੇ ਕੁਝ ਕੁ ਸਮਾਂ ਰਸਤੇ ਦੇ ਵਿੱਚ ਫਿਰ ਰੁਕ ਗਏ। ਐਵੇਂ ਉਧਰਲੇ ਪਾਸੇ ਜਦੋਂ ਸ਼ਾਹਜਹਾਨ ਦੀਆਂ ਫੌਜਾਂ ਚੜ੍ਹ ਕੇ ਆਈਆਂ, ਇੱਧਰੋਂ ਪਾਤਸ਼ਾਹ ਜੀ ਮਾਲਵੇ ਦੇ ਵਿੱਚ ਸਜੇ ਬੈਠੇ ਨੇ, ਨਾਲ ਸੂਰਮਿਆਂ ਦਾ ਵੱਡਾ ਭਾਰੀ ਦਾਲੇ। ਐਵੇਂ ਕਹਿੰਦੇ ਰਾਏ ਜੋਧ ਦੀ ਘਰਵਾਲੀ ਕਾਂਗੜ ਨਗਰ ਦੇ ਵਿੱਚ ਬੈਠੀ ਸੀ, ਥਾਲ ਦੇ ਵਿੱਚ ਕੁਝ ਮੋਤੀ ਜੇ ਪਾਏ। ਜਦੋਂ ਫੌਜਾਂ ਦੇ ਘੋੜਿਆਂ ਦੇ ਪੌੜਾਂ ਦੇ ਖੜਾਕ ਨਾਲ ਕਹਿੰਦੇ ਧਰਤੀ ਤੇ ਹਲਚਲ ਹੋਈ, ਤੇ ਉਸਨੇ ਵੇਖਿਆ ਰਾਏ ਜੋਧ ਦੀ ਘਰਵਾਲੀ ਨੇ ਕਿ ਥਾਲ 'ਚ ਮੋਤੀ ਜਿਹੜੇ ਪਏ ਨੇ ਉਹ ਬੜੇ ਹੀ ਭੱਜੇ ਫਿਰਦੇ ਨੇ। ਇਹਦਾ ਕੀ ਕਾਰਨ ਹੋਵੇਗਾ? ਕਿਉਂਕਿ ਸੂਰਮੇ ਦੀ ਘਰਵਾਲੀ ਸੀ, ਜੰਗ ਜੁੱਧ ਤਾਂ ਪਹਿਲਾਂ ਵੀ ਕਈ ਵੇਖੇ ਸਨ। ਐਵੇਂ ਵਿਚਾਰ ਕਰਕੇ ਪਹਿਚਾਣ ਗਈ ਕਿ ਹੁਣ ਬਾਦਸ਼ਾਹ ਦੀਆਂ ਫੌਜਾਂ ਜਿਹੜੀਆਂ ਕੋਲ ਹੀ ਆ ਗਈਆਂ ਨੇ। ਐਵੇਂ ਕਹਿੰਦੇ ਵਿਚਾਰ ਕਰਕੇ ਇੱਕ ਆਪਣਾ ਦੂਤ ਜਿਹਾ ਭੇਜਿਆ, ਜਾ ਕੇ ਦੂਤ ਨੇ ਰਾਏ ਜੋਧ ਦੇ ਕੋਲ ਖਬਰ ਦਿੱਤੀ ਕਿ ਬਾਦਸ਼ਾਹ ਦੀਆਂ ਫੌਜਾਂ ਚੜ੍ਹ ਕਰਕੇ ਆ ਗਈਆਂ ਨੇ, ਕੁਝ ਕੁ ਦੂਰੀ ਤੇ ਹਨ। ਜਦੋਂ ਸੁਣਿਆ ਕਹਿੰਦੇ ਪਾਤਸ਼ਾਹ ਦੇ ਕੋਲ ਗਏ ਨੇ। 6ਵੇਂ ਪਾਤਸ਼ਾਹ ਨੇ ਉਦੋਂ ਆਪਣੇ ਸਾਰੇ ਸੂਰਮਿਆਂ ਨੂੰ ਐ ਤਿਆਰ ਬਰ ਤਿਆਰ ਕੀਤਾ। ਬਾਬਾ ਬਿਧੀ ਚੰਦ ਜੀ ਕੋਲ ਨੇ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਰਾਏ ਜੋਧ, ਇਹ ਤਾਂ ਮੈਂ ਉਦੋਂ ਹੀ ਜਾਣਦਾ ਸਾਂ ਜਦੋਂ ਘੋੜੇ ਕੱਢ ਕੇ ਲਿਆਂਦੇ। ਹਾਂ, ਮੈਨੂੰ ਪਤਾ ਸੀ ਫੌਜਾਂ ਆਉਣਗੀਆਂ, ਤਿਆਰੀ ਤਾਂ ਉਦੋਂ ਦੀ ਕੀਤੀ ਏ। ਇਸ ਲਈ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ, ਅਸੀਂ ਤਿਆਰ ਬਰ ਤਿਆਰ। ਐਵੇਂ ਕਹਿੰਦੇ ਆਪਸ ਦੇ ਵਿੱਚ ਵਿਚਾਰਾਂ ਹੋਈਆਂ। ਮਹਾਰਾਜ ਜੀਆਂ ਦੀ ਫੌਜਾਂ ਦਾ ਦਲ ਸਾਰਾ ਸਜਿਆ ਤਿਆਰ ਬਰ ਤਿਆਰ ਏ। ਐਵੇਂ ਕਹਿੰਦੇ ਕਿ ਉਧਰੋਂ ਜਿਹੜੀਆਂ ਫੌਜਾਂ ਆ ਰਹੀਆਂ ਸੀ ਮੁਗਲਾਂ ਦੀਆਂ, ਲਲਾ ਬੇਗ ਜਿਨ੍ਹਾਂ ਦਾ ਵੱਡਾ ਜਰਨੈਲ ਬਣ ਕੇ ਆਉਂਦਾ ਸੀ, ਆਂਦੇ ਲਲਾ ਬੇਗ ਨੇ ਆਪਣਾ ਇੱਕ ਦੂਤ ਹਸਨ ਖਾਂ ਭੇਜਿਆ ਕਿ ਜਾ ਕੇ ਪਤਾ ਤਾਂ ਕਰ ਕਿੰਨੀ ਕੁ ਫੌਜ ਲਈ ਫਿਰਦਾ ਏ ਸਿੱਖਾਂ ਦਾ ਗੁਰੂ। ਐਵੇਂ ਕਹਿੰਦੇ ਹਸਨ ਬੇਗ ਆ ਕੇ ਸਿੰਘਾਂ ਦੇ ਸਿੱਖਾਂ ਵਿੱਚ ਰਲ ਗਿਆ। ਆ ਕਰਕੇ ਸਿੱਖਾਂ ਨੇ ਵੀ ਵੇਖਿਆ ਕਿ ਬੰਦਾ ਕੋਈ ਬਾਹਰੋਂ ਹੀ ਲੱਗਦਾ ਏ, ਸਾਡੀ ਪਹਿਚਾਣ ਦੇ ਵਿੱਚ ਨਹੀਂ ਆਉਂਦਾ। ਐਵੇਂ ਵੇਖ ਕੇ ਕਹਿੰਦੇ ਸਿੱਖਾਂ ਨੇ ਫੜ ਕੇ ਇੱਕ ਵਾਰੀ ਤਾਂ ਵਾਹ ਕਟਾਪਾ ਜਿਹਾ ਲਾ ਸੁੱਟਿਆ, ਫਿਰ ਸੱਚੇ ਪਾਤਸ਼ਾਹ ਦੇ ਕੋਲ ਫੜ ਕੇ ਲੈ ਗਏ। ਐਵੇਂ ਪਾਤਸ਼ਾਹ ਦੇ ਕੋਲ ਹੈ ਤੇ ਪਾਤਸ਼ਾਹ ਦੇ ਕੋਲ ਖੜਿਆ ਬੜੀਆਂ ਮਿਹਨਤਾਂ ਕਰਦਾ। ਇਹ ਆਪਾਂ ਕੱਲ ਸਾਰੀ ਵਾਰਤਾ ਵਾਚੀ ਸੀ। ਹੁਣ ਕਿਵੇਂ 6ਵੇਂ ਪਾਤਸ਼ਾਹ ਜੀ ਉਸ ਹਸਨ ਖਾਂ ਦੇ ਕੋਲੋਂ ਪੁੱਛਣਾ ਕਰਦੇ ਨੇ
ਕਿਵੇਂ ਲਲਾ ਬੇਗ ਦੀਆਂ ਫੌਜਾਂ ਹੁਣ ਚੜ੍ਹਾਈ ਕਰਕੇ ਆਉਂਦੀਆਂ, ਉਹ ਸਾਰੀ ਵਾਰਤਾ ਆਪਾਂ ਅੱਗੇ ਸਰਵਣ ਕਰਨਾ ਕਰੀਏ। ਆਓ ਸਾਰੇ ਮਿਲ ਕਰਕੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੀਸ ਨਵਾਈਏ, ਮਿਲ ਕਰਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਤ ਹਸਨ ਖਾਂ ਦੂਤ ਬਖਾਨਾ। ਅੱਜ ਇਸ ਵੇਲੇ ਕਹਿੰਦੇ ਛੇਵੇਂ ਪਾਤਸ਼ਾਹ ਨੇ ਆ ਮੁਗਲਾਂ ਦੇ ਦੂਤ ਹਸਨ ਖਾਂ ਦੇ ਕੋਲੋਂ ਪੁੱਛਿਆ, ਤੂੰ ਕਿੱਧਰੋਂ ਆਇਆ ਏ, ਕਿੰਨੇ ਤੈਨੂੰ ਭੇਜਿਆ? ਐਵੇਂ ਸੁਣ ਕੇ ਕਹਿੰਦੇ ਡਰਦੇ ਹੋਏ ਨੇ ਪਾਤਸ਼ਾਹ ਅੱਗੇ ਐਵੇਂ ਕਿਹਾ, ਆ ਸੱਚੇ ਪਾਤਸ਼ਾਹ ਕਾਬਲ ਦਾ ਜਿਹੜਾ ਵੱਡਾ ਜਰਨੈਲ ਲਲਾ ਬੇਗ ਚੜ ਕੇ ਆ ਰਿਹਾ ਏ। ਲਸ਼ਕਰ ਪੰਚਰੋ 30,000। ਆ ਇਹਦੇ ਕੋਲ ਕਹਿੰਦੇ 35,000 ਫੌਜਾਂ ਦਾ ਵੱਡਾ ਭਾਰੀ ਦਲ ਹੈ। ਤੁਰਕੀ ਘੋੜੇ ਪਰ ਅਸਵਾਰ। ਤੇ ਤੁਰਕੀ ਘੋੜੇ ਦੇ ਉੱਪਰ ਸਵਾਰ ਹੋ ਕੇ ਇਹ ਸਾਰੇ ਵੱਡੇ ਜਰਨੈਲ ਤੁਹਾਡੇ ਵੱਲ ਆ ਰਹੇ ਨੇ। ਆ ਬਾਦਸ਼ਾਹ ਨੇ ਸਾਨੂੰ ਕਿਹਾ ਸੀ ਕਿ ਰਸਤੇ ਦੇ ਵਿੱਚ ਐਵੇਂ ਦੇਰੀ ਨਾ ਲਾਇਓ। ਆ ਬਾਦਸ਼ਾਹ ਕਹਿੰਦਾ ਸੀ ਛੇਤੀ ਨਾ ਜਾ ਕੇ ਗੁਰੂ ਦੇ ਕੋਲ ਪਹੁੰਚ ਜਾਇਓ ਤੇ ਲੜ ਪਿਓ। ਆ ਸੱਚੇ ਪਾਤਸ਼ਾਹ ਹੁਣ ਦੇਰੀ ਨਾ ਸਮਝੋ, ਆ ਲਲਾ ਬੇਗ ਆਪਣੀਆਂ ਫੌਜਾਂ ਨੂੰ ਲੈ ਕੇ ਬਸ ਆਇਆ ਹੀ ਸਮਝੋ। ਆ ਜਿਹੜੀ ਵੱਡੀ ਫੌਜ ਹੈ ਲਲਾ ਬੇਗ ਦੀ, ਪਾਤਸ਼ਾਹ ਤੁਹਾਡੇ ਕੋਲ ਹੀ ਆ ਗਈ। ਆ ਮੈਨੂੰ ਤਾਂ ਪਰਖਣ ਦੇ ਲਈ ਭੇਜਿਆ ਸੀ ਇਹਨੇ ਕਿ ਜਾ ਕੇ ਪਤਾ ਤਾਂ ਕਰ ਗੁਰੂ ਕਿੱਡੀ ਕੁ ਫੌਜ ਲਈ ਫਿਰਦਾ। ਪਰ ਪਾਤਸ਼ਾਹ ਇੱਥੇ ਆ ਕੇ ਮੈਂ ਤੁਹਾਡੇ ਸਿੱਖਾਂ ਸੂਰਮਿਆਂ ਦੇ ਵੇਖਣਾ ਕੀਤਾ। ਆ ਸੱਚੇ ਪਾਤਸ਼ਾਹ ਜੇ ਉਹਨਾਂ ਦੇ ਹਜ਼ਾਰਾਂ ਦਾ ਵੀ ਦਲ ਹੋਊਗਾ, ਹਜ਼ਾਰਾਂ ਦੇ ਹਿਸਾਬ ਨਾਲ ਫੌਜ, ਤੁਹਾਡੇ ਤਾਂ 700 ਵੀ ਬੜੇ ਭਾਰੀ ਨੇ ਇਹਨਾਂ ਤੇ। ਆ ਕਿਸੇ ਨੂੰ ਜਾਣ ਨਹੀਂ ਦੇਣਗੇ। ਜੇ ਤੁਹਾਡੇ 700 ਵੀ ਜਵਾਨ ਚੜ ਕੇ ਗਏ ਇਹਨਾਂ ਦੇ ਹਜ਼ਾਰਾਂ ਦੇ ਦਲ ਤੇ, ਇਹ ਸਾਰਿਆਂ ਨੂੰ ਮਾਰ ਕੇ ਮਿੱਟੀ 'ਚ ਰੋਲ ਦੇਣਗੇ। ਆ ਇਸ ਤਰੀਕੇ ਨਾਲ ਸਾਰੇ ਮੁਗਲਾਂ ਤੁਰਕਾਂ ਦਾ ਹਾਣ ਨਾਸ਼ ਕਰ ਦੇਣਗੇ। ਤੁਹਾਡੀ ਜਿਹੜੀ ਸਾਰੀ ਸੈਨਾ ਇਹ ਤਾਂ ਸਾਵਧਾਨ ਹੋ ਕੇ ਖੜੀ ਹੈ। ਆ ਇਹ ਤਾਂ ਵਿਸ਼ਰਾਮ ਕੀਤਾ ਇਹਨਾਂ ਦੇ ਨੇੜੇ ਕਿਤੇ ਥੋੜੀ ਜਿੰਨੀ ਵੀ ਸੁਸਤੀ ਆਲਸ ਨਹੀਂ। ਇਹ ਤਾਂ ਸਾਰੇ ਸੂਰਮੇ ਚਾਹੁੰਦੇ ਨੇ ਕਿ ਹੁਣ ਜੰਗ ਦਾ ਵੱਡਾ ਸੰਗਰਾਮ ਮਚ ਜਾਵੇ। ਇਹਨਾਂ ਅੰਦਰ ਬੜਾ ਹੀ ਪਾਤਸ਼ਾਹ ਆਨੰਦ ਛਾਇਆ ਏ, ਜੰਗ ਕਰਨ ਦੇ ਲਈ ਖੜੇ ਹੋ ਗਏ। ਆ ਕਹਿੰਦੇ ਜਦੋਂ ਐਵੇਂ ਦੂਤ ਹਸਨ ਖਾਂ ਦੇ ਕੋਲੋਂ ਪਾਤਸ਼ਾਹ ਨੇ ਸੁਣਿਆ, ਸੁਣ ਕੇ ਬੜੇ ਖੁਸ਼ ਹੋਏ। ਐਵੇਂ ਪਾਤਸ਼ਾਹ ਨੇ ਕਹਿੰਦੇ ਦਰ ਦੇ ਉੱਪਰ ਆਏ ਨੂੰ ਵੇਖ ਕੇ ਇੱਕ ਪੱਗ ਦਾ ਸਿਰੋਂ ਪਾਉ ਦੇਣਾ ਕੀਤਾ। ਆ ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਕੇ ਛੇਤੀ ਨਾ ਆ ਲਲਾ ਬੇਗ ਨੂੰ ਸਾਰੀ ਖਬਰ ਦੇ। ਐਵੇਂ ਕਹਿੰਦੇ ਡਰਦਾ ਜਿਹੜਾ ਦੂਤ ਹਸਨ ਖਾਂ ਜਦੋਂ ਛੁੱਟਿਆ ਬੜੀ ਕਾਹਲੀ ਦੇ ਨਾਲ ਭੱਜਿਆ। ਆ ਜਾ ਕੇ ਲਲਾ ਬੇਗ ਨੂੰ ਅੱਗੋਂ ਦੀ ਹੋ ਕੇ ਮਿਲਿਆ। ਆ ਜਿਹੜਾ ਕਹਿੰਦੇ ਵੱਡਾ ਭਾਰੀ ਲਸ਼ਕਰ ਲੈ ਕੇ ਪਾਤਸ਼ਾਹ ਵੱਲ ਆ ਰਿਹਾ ਸੀ। ਆ ਜਦੋਂ ਲਲਾ ਬੇਗ ਦੇ ਅੱਗੇ ਗਿਆ ਹਸਨ ਖਾਂ ਦੂਤ, ਜਾ ਕੇ ਕਹਿੰਦੇ ਖੜੇ ਹੋ ਕੇ ਨਮਸਕਾਰ ਕੀਤੀ। ਆ ਲਲਾ ਬੇਗ ਕਹਿਣ ਲੱਗਾ ਦੂਤਾ ਦੱਸਣਾ ਕਰ ਜਿਹੜੀ ਖਬਰ ਦੇ ਲਈ ਤੈਨੂੰ ਭੇਜਿਆ ਸੀ। ਆ ਕਿੱਡੀ ਕੁ ਫੌਜ ਗੁਰੂ ਦੇ ਕੋਲ ਹੈ ਤੇ ਕਿਹੜੀ ਜਗ੍ਹਾ ਤੇ ਡੇਰਾ ਲਾਈ ਬੈਠੇ ਨੇ। ਆ ਦੱਸਣਾ ਕਰ ਸਾਡੀ ਫੌਜਾਂ ਦਾ ਦਲ ਵੇਖ ਕੇ ਗੁਰੂ ਭੱਜਿਆ ਕਿ ਨਹੀਂ।
ਹਾਂ ਇਹ ਵੀ ਤੂੰ ਦੱਸਣਾ ਕਰ। ਲੜਨ ਵਾਸਤੇ ਕਿੰਨੇ ਕ ਬਲ ਦੇ ਨਾਲ ਖੜੇ ਹਨ। ਆਖੋ ਭੇਦ ਜੋ ਕੀਨ ਪਰੇਖਾ। ਹਾਂ ਹਸਨਖਾ ਸਾਰਾ ਕੁਝ ਦੱਸਣਾ ਕਰ, ਜਿੰਨਾ ਕੁਝ ਵੀ ਭੇਤ ਤੂੰ ਉੱਥੇ ਜਾ ਕੇ ਵੇਖਿਆ। ਸੁਨਤ ਹਸਨ ਖਾਂ ਭੇਵ ਬਤਾਇਓ। ਹਾਂ ਕਹਿੰਦੇ ਉਸ ਵੇਲੇ ਹਸਨ ਖਾਂ ਨੇ ਸੁਣ ਕੇ ਸਾਰਾ ਜਿਹੜਾ ਭੇਦ ਵੇਖਿਆ ਦੱਸ ਦਿੱਤਾ। ਤੇਰਾ ਗੁਰ ਉਜਾਲ ਮਹਿ ਪਾਇਓ। ਆ ਕਹਿਣ ਲਗਾ ਲਲਾ ਬੇਗ, ਗੁਰੂ ਸਾਹਿਬ ਜੀਆਂ ਨੇ ਡੇਰਾ ਉਜਾੜ ਦੇ ਵਿੱਚ ਹੀ ਲਾਇਆ ਏ। ਇਹ ਜੰਗਲਾਂ ਦੇ ਵਿੱਚ ਮੰਗਲ ਕਰੀ ਫਿਰਦੇ। ਜਲ ਕੇ ਤਾਲ ਚ ਗਿਰਦੇ ਘੇਰਾ। ਆ ਇੱਕ ਵੱਡਾ ਜਿਹਾ ਤਲਾਬ ਏ, ਉਹਨੂੰ ਚਾਰੇ ਪਾਸਿਓਂ ਹੀ ਘੇਰਾ ਪਾ ਕੇ ਬੈਠੇ। ਕਰਨ ਹੇਲ ਉਤਸਾਹੋ ਕਨੇਰਾ। ਆ ਬਾਦਸ਼ਾਹ ਤੂੰ ਆਪਣੇ ਮਨ 'ਚ ਵਿਚਾਰਾ ਕਰਦਾ ਸਾਂ ਕਿ ਮੇਰੀ ਫੌਜ ਨੂੰ ਵੇਖ ਕੇ ਭੱਜ ਜਾਣਗੇ, ਬੜੇ ਡਰਨਗੇ। ਇਹ ਤਾਂ ਬੜੇ ਤਿਆਰ ਬਰ ਤਿਆਰ ਹੋ ਕੇ ਬੈਠੇ ਨੇ, ਮਨ ਦੇ ਵਿੱਚ ਬੜਾ ਹੀ ਉਤਸ਼ਾਹ ਹੈ ਲੜਨ ਲਈ। ਕਰਨ ਲੀਕਨ ਭਟ ਬਲਵਾਨਾ। ਆ ਵੱਡੇ ਵੱਡੇ ਸੂਰਮੇ ਲਲਾ ਬੇਗ ਤੇਰਾ ਇੰਤਜ਼ਾਰ ਕਰਦੇ, ਤੂੰ ਅੱਗੇ ਤਾਂ ਆ। ਰੰਗ ਦੀਨ ਤਰ ਆਜੁਦ ਨਾਨਾ। ਆ ਇਹ ਤਾਂ ਘੋੜਿਆਂ ਦੀਆਂ ਪਿੱਠਾਂ ਤੇ ਕਾਠੀਆਂ ਪਾ ਕੇ ਹੱਥਾਂ ਵਿੱਚ ਬੜੇ ਹਥਿਆਰ ਫੜੇ ਹਨ। ਕਹਿ ਕਹਾਂ ਪਲਾਵਨ ਬਾਤ। ਆ ਉੱਤੇ ਤਾਂ ਮੈਂ ਜਾ ਕੇ ਵੇਖਿਆ, ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਚਾਹਤ ਹੈ ਸਭ ਲਸਕਰ ਘਾਤ। ਆਏ ਤਾਂ ਸਾਰੇ ਚਾਹੁੰਦੇ ਨੇ ਕਿ ਫੌਜਾਂ ਦੇ ਵੱਡੇ ਦਲ ਨੂੰ ਮਿੱਟੀ ਦੇ ਵਿੱਚ ਰੋਲ ਦੇਣਗੇ। ਹਿਰਦੇ ਮਹਿ ਐਸੀ ਆਵੈ। ਆ ਮੇਰੇ ਹਿਰਦੇ ਵਿੱਚ ਲਲਾ ਬੇਗ ਇਸ ਤਰੀਕੇ ਦੀ ਵਿਚਾਰ ਆਉਂਦੀ ਇੱਕ। ਸੌ ਭਟ ਤੁਮ ਹਜ਼ਾਰ ਕੋ ਘਾਵੈ। ਆ ਮੇਰੇ ਮਨ 'ਚ ਵਿਚਾਰ ਆਉਂਦੀ ਆ ਵੱਡੇ ਵੱਡੇ ਸੂਰਮੇ ਵੇਖ ਕੇ ਗੁਰੂ ਦੇ, ਕਿ ਗੁਰੂ ਸਾਹਿਬ ਜੀਆਂ ਦਾ 100 ਜਵਾਨ ਵੀ ਤੇਰੀ ਆ ਹਜ਼ਾਰਾਂ ਦੀ ਫੌਜ ਨੂੰ ਰੋਲ ਦਵੇਗਾ। ਗੁਰੂ ਬਿਲੰਦ ਬਲੀ ਸ਼ਮਸ਼ੇਰ। ਹਾਂ ਗੁਰੂ ਬੜੇ ਬੁਲੰਦ ਬੜੇ ਬਲੀ ਨੇ, ਮੰਨਣਾ ਕਰ ਇੱਕ ਸ਼ੇਰ ਦੀ ਨਿਆਈ ਹਨ। ਕਹਿ ਪ੍ਰਤੀਕਨ ਗਹਿ ਸ਼ਮਸ਼ੇਰ। ਹਾਂ ਗੁਰੂ ਸਾਹਿਬ ਜੀ ਵੀ ਹੱਥ ਦੇ ਵਿੱਚ ਖੰਡਾ ਫੜ ਕੇ ਤੇਰਾ ਇੰਤਜ਼ਾਰ ਕਰਦੇ। ਵਿਗਨ ਮਨਿੰਦ ਬ੍ਰਿੰਦ ਤੋ ਸੈਨਾ। ਆ ਤੇਰੀ ਜਿਹੜੀ ਸੈਨਾ ਏ ਲਲਾ ਬੇਗ, ਇਹ ਤੇ ਹਿਰਨਾਂ ਦੀ ਡਾਰਾਂ ਝੁੰਡਾਂ ਵਰਗੀ ਏ। ਤੋ ਨਹਿ ਤਿਨ ਕੀ ਸਮਤਾ ਹੈ ਨਾ। ਆ ਤੇਰੀ ਫੌਜ ਦੇ ਵਿੱਚ ਗੁਰੂ ਦੇ ਸਿੱਖਾਂ ਵਰਗੀ ਕੋਈ ਸ਼ਮਤਾ ਤਾਕਤ ਹੀ ਨਹੀਂ। ਦਲ ਹੈ ਅਲਪ ਤਉ ਸਮਬਾਜ। ਹਾਂ ਇਹਨਾਂ ਦੇ ਜਿਹੜੇ ਸਰੀਰ ਹਨ ਇਹ ਤਾਂ ਬੜੇ ਛੋਟੇ ਛੋਟੇ ਨੇ, ਇਹਨਾਂ ਨੂੰ ਤਾਂ ਮਾਰ ਦੇਣਗੇ। ਗੁਰੂ ਦੇ ਸਿੱਖ ਬਾਜ ਵਰਗੇ ਨੇ। ਕਾਗ ਵਟੇਰਾ ਤੋਹੇ ਸਮਾਜ। ਆ ਤੇਰੀ ਜਿਹੜੀ ਫੌਜ ਇਹ ਤਾਂ ਕਾਵਾਂ ਵਰਗੀ ਬਟੇਰਿਆਂ ਵਰਗੀ ਆ। ਜੇ ਕਿਤੇ ਗੁਰੂ ਦੇ ਬਾਜ ਚੜ ਕੇ ਆ ਗਏ ਇਹਨਾਂ ਨੂੰ ਖਾ ਜਾਣਗੇ। 4000 ਭਟਨ ਕੇ ਡੋਲ। ਆ ਹੁਣ ਤੂੰ ਪੁੱਛਦਾ ਸਾਂ ਕਿੰਨੀ ਕੁ ਫੌਜ ਗੁਰੂ ਦੇ ਕੋਲ ਹੈ। ਮੈਂ ਜਾ ਕੇ ਗਿਣੀ ਸੀ, ਵਿਚਾਰ ਕਰਕੇ ਵੇਖੀ, 4000 ਦਾ ਦਲ ਗੁਰੂ ਆਪਣੇ ਕੋਲ ਲਈ ਬੈਠਾ। ਚਾਰਮ ਕਰੇ ਸ਼ੇਰ ਸਮ ਬੋਲ। ਹਾਂ 4000 ਦਾ ਜਿਹੜਾ ਦਲ ਹੈ ਸਾਰੇ ਹੀ ਸ਼ੇਰਾਂ ਦੇ ਵਾਂਗ ਗੱਜਦੇ। ਕਰ ਭਾਗ ਦੂਤ ਕੇ ਸਾਚੇ। ਆ ਕਹਿੰਦੇ ਲਲਾ ਬੇਗ ਨੇ ਜਦੋਂ ਹਸਨ ਖਾਂ ਦੂਤ ਦੇ ਕੋਲੋਂ ਐਸੇ ਬਲੀ ਬੋਲ ਸੁਣੇ। ਤੁਰਕ ਤੁਰਕ ਪਦ ਸਭ ਰਿਚ ਸਾਚੇ। ਆ ਕਹਿੰਦੇ ਆ ਜਿਹੜਾ ਤੁਰਕ ਸਨ, ਜਿਹੜੇ ਮੁਗਲ ਸਨ, ਤੇ ਆ ਜਿਹੜੇ ਤੁਰਕਾਂ ਮੁਗਲਾਂ ਦੇ ਜਰਨੈਲ ਬਣੀ ਆਉਂਦੇ, ਸਾਰੇ ਹੀ ਗੁੱਸੇ ਵਿੱਚ ਆ ਕੇ ਸੁਣ ਗਏ। ਕਿਆ ਮੂਰਖ ਕਰਤ ਬਖਾਨ। ਆ ਕਹਿਣ ਲੱਗੇ ਆ ਮੂਰਖ ਸਾਡੇ ਅੱਗੇ ਆ ਕੇ ਕੀ ਕਹੀ ਜਾਂਦਾ। ਹਰ ਜੋਦਾ ਹਉ ਬਿਦਤ ਜਹਾਨ। ਆ ਲਲਾ ਬੇਗ ਕਹਿੰਦੇ ਹੰਕਾਰਿਆ ਹੋਇਆ ਕਹਿਣ ਲੱਗਾ ਮੈਂ ਤਾਂ ਬੜੀ ਬਲੀ ਯੋਧਾ ਹਾਂ। ਕਈ ਜੰਗ ਮੈਰੇ ਪਗਨ ਹਤੇ। ਆ ਕਈ ਜੰਗਾਂ ਦੇ ਵਿੱਚ ਮੈਂ ਬੜੇ ਹੀ ਵੈਰੀਆਂ ਨੂੰ ਨਾਸ਼ ਕਰਕੇ ਆਇਆ। ਕਰ ਪੁਰਸ਼ਾਰਥ ਲੀਨ ਸੁਫਤੇ। ਆ ਆਪਣੇ ਦਮ ਦੇ ਨਾਲ ਆਪਣੇ ਬਲ ਦੇ ਨਾਲ ਜਗਤ ਦੇ ਵਿੱਚ ਫਤਿਹ ਪਾਈ ਹੈ। ਆਨ ਪਾਰ ਨਹੀਂ ਕੋ ਕਰ ਰਹਿਓ। ਆ ਕਹਿੰਦੇ ਉਸ ਵੇਲੇ ਲਲਾ ਬੇਗ ਹੱਥ ਦੇ ਵਿੱਚ ਸ਼ਰਾਬ ਦਾ ਪਿਆਲਾ ਫੜ ਕੇ ਪੀ ਰਿਹਾ ਸੀ। ਸੁਨਤ ਦੂਤ ਤੇਰੇ ਕਰ ਕਹਿਓ। ਐਵੇਂ ਸ਼ਰਾਬ ਪੀਂਦਾ ਕਹਿੰਦੇ ਦੂਤ ਪਾਸੋਂ ਸੁਣ ਕੇ ਬੜਾ ਹੀ ਗੁੱਸੇ ਅੰਦਰ ਆਇਆ ਲਲਾ ਬੇਗ। ਕੁਛ ਗੁਰ ਤੇ ਲੈ ਕਰ ਆਇਓ। ਆ ਕਹਿਣ ਲੱਗਾ ਮੈਨੂੰ ਲੱਗਦਾ ਏ ਇਹ ਗੁਰੂ ਦੇ ਕੋਲੋਂ ਕੁਝ ਲੈ ਕੇ ਆਇਆ। ਕਹਿ ਕਰ ਚਾਹਤ ਹਮੈ ਡਰਾਇਓ। ਆ ਹੁਣ ਸਾਨੂੰ ਕਹਿ ਕੇ ਇਹ ਡਰਾਉਣਾ ਚਾਹੁੰਦਾ ਏ ਕਿ ਡਰ ਕੇ ਅਸੀਂ ਪਿੱਛੇ ਮੁੜ ਜਾਈਏ। ਮਨ ਕੋ ਪੱਖੀ ਇਹ ਜਾਨਾ। ਹਾਂ ਮੈਂ ਜਾਣ ਲਿਆ ਏ ਇਹ ਜਿਹੜਾ ਸਾਡਾ ਦੂਤ ਸੀ ਇਹ ਤਾਂ ਹੁਣ ਦੁਸ਼ਮਣਾਂ ਦਾ ਹੀ ਬਣ ਕੇ ਰਹਿ ਗਿਆ। ਕੀ ਜੀਤ ਹਮ ਹੈ ਜਹਾਨਾ। ਹਾਂ ਹੁਣ ਇਹਦੇ ਚਿੱਤ ਦੇ ਵਿੱਚ ਹੈ
ਕਿ ਸਾਨੂੰ ਮਾਰ ਦਵੇ ਗੁਰੂ। ਬਨਹੀ ਮਾਰਹੁ ਦੇਹੋ ਨਿਕਾਸੀ। ਆ ਲਲਾ ਵੇ ਕਹਿੰਦੇ ਸ਼ਰਾਬ ਦੇ ਨਸ਼ੇ ਵਿੱਚ ਰਜਿਆ, ਕਹਿਣ ਲੱਗਾ ਇਹਨੂੰ ਜੁੱਤੀਆਂ ਮਾਰ ਕੇ ਇੱਥੋਂ ਕੱਢ ਦੇਵੋ। ਅਵਰ ਨ ਕਹੈ ਆਨ ਕੋ ਪਾਸੀ। ਹਾਂ ਫਿਰ ਸਾਡੇ ਕੋਲ ਆ ਕੇ ਇਸ ਤਰੀਕੇ ਦਾ ਕੁਝ ਕਵੇ ਨਾ। ਗੁਰ ਗਰੀਬ ਕਰ ਨਿੰਦ ਹਮਾਰੀ। ਹਾਂ ਗੁਰੂ ਦੀ ਸਾਡੇ ਕੋਲ ਆ ਕੇ ਬੜੀ ਵਡਿਆਈ ਕਰਦਾ ਤੇ ਸਾਡੀ ਨਿੰਦਿਆ ਕਰ ਰਿਹਾ। ਕਹਾ ਮਤੀ ਇਨ ਮੂਢ ਵਿਚਾਰੀ। ਆ ਇਹ ਮੂਰਖ ਬੰਦੇ ਨੇ ਕਿਹੜੀ ਮਤ ਨੂੰ ਧਾਰਨ ਕਰ ਲਿਆ ਏ। ਕਹਿ ਮਾਰਤ ਖੇ ਦੁਖ ਦੇਰਾ। ਆਂਦੇ ਇਸ ਤਰੀਕੇ ਨਾਲ ਜਦੋਂ ਲਲਾ ਵੇਗ ਨੇ ਕਿਹਾ ਤੇ ਆ ਕੁਝ ਕੁ ਫੌਜਾਂ ਦੇ ਵਿੱਚੋਂ ਆ ਕੇ ਸਾਹਮਣੇ ਜਿਹੜੇ ਸੂਰਮੇ ਬਣੀ ਫਿਰਦੇ ਸੀ, ਇਹਨਾਂ ਨੇ ਹਸਨ ਬੇਗ ਦੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਤੇ ਨਾਲ ਹੀ ਨਸ਼ਾ ਖਵਾ ਦਿੱਤਾ। ਜਾਨ ਅਨਾਦਰ ਬਹੁ ਨਿਜ ਕੇਰਾ। ਆ ਫਿਰ ਹਸਨ ਖਾਨ ਨੇ ਜਾਣਿਆ ਕਿ ਮੇਰਾ ਬੜਾ ਹੀ ਅਨਾਦਰ ਕੀਤਾ ਇਹਨਾਂ। ਗੁਰੂ ਪੀਰ ਕੇ ਨਿਕਟ ਸਿਧਾਉ। ਐਵੇਂ ਫਿਰ ਮਨ 'ਚ ਵਿਚਾਰ ਕਰਦਾ ਕਿ ਹੁਣ ਮੈਂ ਗੁਰੂ ਪੀਰ ਦੇ ਕੋਲ ਚਲਾ ਜਾਵਾਂਗਾ। ਮਨ ਬਾਂਛਤ ਦਿਨ ਤੇ ਬਲ ਕਾਉ। ਆ ਜਿਹੜੀ ਮੇਰੀ ਮਨ ਦੀ ਇੱਛਾ ਹੋਵੇਗੀ ਗੁਰੂ ਦੇ ਕੋਲ ਪੂਰੀ ਕਰਵਾ ਲਵਾਂਗਾ। ਭਗਵੰਤ ਇਨ ਹਿਰਦੈ ਵਿਚਾਰਾ। ਹਾਂ ਕਵੀ ਜੀ ਕਹਿੰਦੇ ਐਵੇਂ ਸ੍ਰੇਸ਼ਟ ਮਤ ਵਾਲੇ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਕਿ ਗੁਰੂ ਕੋਲ ਚਲ ਜਾਵਾਂ। ਸ਼ੀਘਰ ਗੁਰੂ ਕੇ ਨਿਕਟ ਸਿਧਾਰਾ। ਬੜੀ ਕਾਹਲੀ ਦੇ ਨਾਲ ਕਹਿੰਦੇ ਫਿਰ ਗੁਰੂ ਦੇ ਕੋਲ ਗਿਆ। ਨਿਜ ਕਰ ਕਹਿ ਨਿਜ ਨਾਮ ਬੂਝ ਕਰ ਕਹਿਓ। ਹਾਂ ਐਵੇਂ ਛੇਵੇਂ ਪਾਤਸ਼ਾਹ ਦੇ ਕੋਲ ਜਾ ਕੇ ਆ ਮੁਗਲਾਂ ਦਾ ਦੂਤ ਹੁਣ ਬੜਾ ਹੀ ਢਹਿ ਕਰਕੇ ਪਾਤਸ਼ਾਹ ਅੱਗੇ ਹੱਥ ਜੋੜੇ ਤੇ ਆਪਣਾ ਨਾਮ ਦੱਸਦਾ। ਸੀਸ ਨਿਵਾਏ ਸਮੁਖ ਗੁਰ ਭਇਓ। ਐਵੇਂ ਆਪਣਾ ਨਾਮ ਦੱਸ ਕੇ ਪਾਤਸ਼ਾਹ ਅੱਗੇ ਸਿਰ ਝੁਕਾ ਕੇ ਤੇ ਬੜੀਆਂ ਗੱਲਾਂ ਬਾਤਾਂ ਕੀਤੀਆਂ। ਆਨ ਕਰਿਓ ਮੈਂ ਰਾਵਰ ਸਰਨੀ। ਇਹ ਦਿਨ ਦੁਨੀ ਦੇ ਪਾਤਸ਼ਾਹ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਜਾਏ ਪ੍ਰਸ਼ੰਸਾ ਤਿਨ ਢਿਕ ਬਰਨੀ। ਆ ਜਦੋਂ ਪਾਤਸ਼ਾਹ ਤੁਹਾਡੀਆਂ ਵਡਿਆਈਆਂ ਆ ਮੁਗਲਾਂ ਦਾ ਜਰਨੈਲ ਲਲਾ ਬੇਗ ਦੇ ਅੱਗੇ ਕੀਤੀਆਂ, ਸਹਿ ਨ ਸਕੇ ਮਤ ਮੰਦ ਗੁਮਾਨੀ। ਇਹ ਮਾੜੀ ਮੱਤ ਵਾਲੇ ਜਿਹੜੇ ਮੁਗਲ ਸਨ ਇਸ ਗੱਲ ਨੂੰ ਸਹਿ ਹੀ ਨਾ ਸਕੇ। ਮਾਰਿਓ ਮੋਹਿ ਕਟਕ ਕਹਿ ਬਾਨੀ। ਪਾਤਸ਼ਾਹ ਤੁਹਾਡੀਆਂ ਵਡਿਆਈਆਂ ਕੀਤੀਆਂ, ਇਹਨਾਂ ਮੁਗਲਾਂ ਨੇ ਮੈਨੂੰ ਅੱਗੋਂ ਬੜਾ ਮਾਰਿਆ। ਰੱਖੋ ਲਾਜ ਪੀਰ ਜੀ ਮੋਰੀ। ਆ ਹੁਣ ਪੀਰ ਜੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੇਰੀ ਲਾਜ ਰੱਖ ਲੇਵੋ। ਨਹੀਂ ਅਲੰਬ ਰਹਿਓ ਅਬ ਹੋਈ। ਹੁਣ ਮੇਰਾ ਕੋਈ ਵੀ ਆਸਰਾ ਨਹੀਂ ਰਹਿ ਗਿਆ ਜਗਤ ਵਿੱਚ। ਦੀਵਾਨ ਦਾਨ ਕਿਰਪਾ ਸੁਨ ਕਰੀ। ਆ ਕਹਿੰਦੇ ਐਵੇਂ ਜਦੋਂ ਕਿਰਪਾ ਦੇ ਖਜ਼ਾਨੇ ਛੇਵੇਂ ਪਾਤਸ਼ਾਹ ਨੇ ਆ ਦੂਤ ਦੇ ਕੋਲੋਂ ਸੁਣਿਆ ਤੇ ਮਹਾਰਾਜ ਬੜੀ ਕਿਰਪਾ ਦੇ ਘਰ ਵਿੱਚ ਆਏ। ਅਮਹਿਤ ਲਖਿਓ ਮਾਰ ਇਸ ਪਰੀ। ਪਾਤਸ਼ਾਹ ਨੇ ਜਾਣਿਆ ਕਿ ਸਾਡੇ ਕਰਕੇ ਇਹਨੂੰ ਮਾਰ ਪਈ। ਦਿਲ ਬਾਗ ਕਹਿ ਦੀਨ ਸਧੀਰ। ਐਵੇਂ ਬੜੇ ਮਿੱਠੇ ਬੋਲ ਕਹਿ ਕੇ ਛੇਵੇਂ ਪਾਤਸ਼ਾਹ ਨੇ ਆ ਦੂਤ ਨੂੰ ਕਹਿੰਦੇ ਬੜਾ ਹੀ ਧੀਰਜ ਦੇਣਾ ਕੀਤਾ। ਇਹੋ ਜੰਗ ਰਹਿ ਕਰ ਹਮ ਤੀਰ। ਪਾਤਸ਼ਾਹ ਕਹਿਣ ਲੱਗੇ ਭਾਈ ਸਾਡੇ ਕੋਲ ਰਹਿ ਕੇ ਹੁਣ ਤੂੰ ਆ ਭਾਰੀ ਜੰਗ ਵੇਖਣਾ ਕਰੀ। ਜੋਧ ਨਿਕਟ ਬੈਠੇ ਤਬ ਭਾਖਿਓ। ਆ ਉਸ ਵੇਲੇ ਰਾਏ ਜੋਧ ਪਾਤਸ਼ਾਹ ਦੇ ਕੋਲ ਹੀ ਬੈਠਾ ਸੀ, ਕਹਿਣ ਲੱਗਾ ਕੀ ਕਹੀ ਨਿਕਟ ਇਸ ਰਾਖਿਓ। ਹਾਂ ਕਹਿਣ ਲੱਗਾ ਪਾਤਸ਼ਾਹ ਤੁਸੀਂ ਆ ਚੰਗੀ ਗੱਲ ਨਹੀਂ ਕੀਤੀ, ਇਹਨੂੰ ਆਪਣੇ ਕੋਲ ਹੀ ਰੱਖ ਲਿਆ। ਸੋ ਕਰਤ ਰਹਿ ਦਲ ਬੀਜ। ਇਹ ਸਾਡੇ ਦਲ ਦੇ ਵਿੱਚ ਰਹਿ ਕੇ ਪਾਤਸ਼ਾਹ ਬੜਾ ਹੀ ਛਲ ਕਰੇਗਾ। ਦੇਖ ਭੇਦ ਕਹਿ ਤੁਰਕਨ ਨੀਚ। ਆ ਇਹਨਾਂ ਤੁਰਕਾਂ ਨੇ ਭੇਦ ਲੈਣ ਦੇ ਵਾਸਤੇ ਸਾਡੇ ਕੋਲ ਭੇਜਿਆ ਹੋਵੇਗਾ ਤੇ ਸਾਰਾ ਭੇਦ ਲੈ ਕੇ ਉਹਨਾਂ ਨੂੰ ਦੱਸ ਆਵੇਗਾ। ਸਤ ਕਹਿਓ ਗੁਰੂ ਸੁਨ ਜੋਧ। ਆ ਉਸ ਵੇਲੇ ਛੇਵੇਂ ਪਾਤਸ਼ਾਹ ਜੀ ਮੁਖ ਦੇ ਵਿੱਚੋਂ ਹੱਸਦੇ ਹੋਏ ਕਹਿਣ ਲੱਗੇ ਰਾਏ ਜੋਧ ਅਬ ਜਸ ਸੁਨ ਹੋਏ ਤੁਰਕ ਕ੍ਰੋਧ। ਆ ਸਾਡਾ ਜਦੋਂ ਜਸ ਇਹਨਾਂ ਮੁਗਲਾਂ ਨੇ ਸੁਣਿਆ ਨਾ ਉਸ ਵੇਲੇ ਕਹਿੰਦੇ ਜਸ ਨੂੰ ਸੁਣ ਕੇ ਬੜੇ ਕ੍ਰੋਧ ਵਿੱਚ ਆਏ ਸਨ। ਆਨ ਪਰ ਜੋ ਸਰਨਤ ਜਦਾਈ। ਹਾਂ ਤੇ ਫਿਰ ਰਾਏ ਜੋਧ ਜਿਹੜਾ ਵੀ ਸਾਡੀ ਸ਼ਰਨ ਦੇ ਵਿੱਚ ਆ ਪਵੇ, ਤਿਆਗਨ ਮੈਂ ਕਰਉ ਕਦਾਈ। ਆ ਜਿਹੜਾ ਸ਼ਰਨ ਦੇ ਵਿੱਚ ਆ ਗਿਆ ਉਹਨੂੰ ਫਿਰ ਕੰਠ ਦੇ ਨਾਲ ਲਾ ਲਈਦਾ, ਨੂੰ ਛੱਡੀਦਾ ਨਹੀਂ। ਧਿਆਨ ਰਚਿਆ ਕਰ ਦਿਖ ਰਾਮ। ਆ ਜੇਕਰ ਇਸ ਦੁਨੀਆ ਦੇ ਉੱਪਰ ਮੈਂ ਆਪਣੇ ਪਿਆਰਿਆਂ ਦੀ ਰੱਖਿਆ ਹੀ ਨਹੀਂ ਕਰਨੀ, ਤੋ ਜਮ ਤੇ ਮੈਂ ਕਹਾਂ ਬਚਾਵਾਂ। ਹਾਂ ਤੇ ਫਿਰ ਜਮਦੂਤ ਦੇ ਕੋਲੋਂ ਮੈਂ ਕਿੱਥੋਂ ਬਚਾ ਲਵਾਂਗਾ। ਸੋ ਬਿਰਦ ਜਾਣੀਐ ਮੋਹੇ। ਆ ਰਾਏ ਜੋਧ ਇਸ ਤਰੀਕੇ ਦਾ ਸਾਡਾ ਬਿਰਦ ਜਾਣਨਾ ਕਰ। ਸਭ ਸਾਜ ਸੁਨਾਵੈ ਤੋਹੇ। ਆ ਸਾਰਾ ਜਿਹੜਾ ਸੱਚ ਹੈ
ਇਹ ਮੈਂ ਤੈਨੂੰ ਸੁਣਾ ਦਿੱਤਾ। ਅਲੰਬ ਹੋਏ ਦੀਨ ਲਚਾਰੀ। ਹਾਂ, ਜਿਹੜਾ ਵੀ ਬਿਨਾ ਆਸਰੇ ਤੋਂ ਲਾਚਾਰ ਜਿਹਾ ਹੋ ਕਰਕੇ, ਕਹਿ ਜੋ ਮੈਂ ਅਵਸਰਨ ਤੁਮਾਰੀ। ਜਿਹੜਾ ਵੀ ਪਾਤਸ਼ਾਹ ਕਹਿੰਦੇ ਆ ਕੇ ਕਹਿੰਦਾ ਏ ਕਿ ਸੱਚੇ ਪਾਤਸ਼ਾਹ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਕਹਿੰਦਾ ਪਾਤਸ਼ਾਹ ਤੇਰੀ ਸ਼ਰਨ ਦੇ ਵਿੱਚ ਆਇਆ, ਤੇਰਾ ਦਾਸ ਹਾਂ, ਹੁਣ ਆਪਣੇ ਦਾਸ ਦੀ ਲੱਜਾ ਰੱਖ ਲਾ। ਇਸ ਕੀ ਰਚਿਆ ਔਰ ਅਬਲਾਖਾਂ। ਆ ਰਾਏ ਜੋਧ ਫਿਰ ਉਹਦੀ ਰੱਖਿਆ ਕਰਨਾ ਮੇਰੇ ਚਿੱਤ ਦੇ ਵਿੱਚ ਬਣ ਆਉਂਦਾ। ਜਾਣ ਬਪੁਰਾ ਜਿਨ ਤੇ ਰਾਖਾਂ। ਆ ਕੀ ਜਿਹੜੇ ਲੋਕ ਨੇ ਆ ਮੁਗਲ ਕੀ ਵਿਚਾਰੇ ਮੇਰੇ ਅੱਗੇ, ਇਹ ਭੇਤ ਕਹਾ ਤੋਏ ਮੇਰਾ। ਆ ਕਿੱਥੋਂ ਤੱਕ ਮੇਰਾ ਭੇਦ ਲੈ ਕੇ ਆ ਇਹਨਾਂ ਮੁਗਲਾਂ ਨੂੰ ਦੱਸ ਦੇਣਗੇ। ਆਕਾਸ਼ ਨੇ ਕਹਾ ਮਹਿ ਦਲ ਰਿਪ ਕੇਰਾ। ਆ ਰਾਏ ਜੋਧ ਸੁਣਨਾ ਕਰ, ਜੇ ਕਰਕੇ ਕਿਤੇ ਗੁਰੂ ਨਾਨਕ ਦੀ ਕਿਰਪਾ ਹੋ ਜਾਵੇ, ਮੈਂ ਤਾਂ ਪਲ ਦੇ ਵਿੱਚ ਆ ਫੌਜਾਂ ਦੇ ਦਲ ਮਿਟਾ ਦੇਵਾਂਗਾ। ਦੇਹੁ ਮਾਲ ਕੀ ਕਾਬਲ ਸਾਰੀ। ਆ ਹੁਣ ਆ ਜਿਹੜਾ ਹਸਨ ਖਾਂ ਆਇਆ ਏ ਨਾ, ਇਹਨੂੰ ਕਾਬਲ ਦੀ ਮਾਲਕਾਈ ਦੇ ਦੇਵਾਂਗਾ। ਉਮਰਾਵ ਕਰੋ ਤਿਨ ਮਾਰੀ। ਹਾਂ, ਇਹਨੂੰ ਕਾਬਲ ਦਾ ਮੈਂ ਵੱਡਾ ਜਰਨੈਲ ਥਾਪ ਦੇਵਾਂਗਾ ਹੁਣ। ਮਨ ਸਭ ਸ਼ਾਹ ਸਮੀਪ ਦਿਵਾਉ। ਹਾਂ, ਉਸ ਵੇਲੇ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਦਸ਼ਾਹ ਦੇ ਕੋਲੋਂ ਇਹਨੂੰ ਮੈਂ ਵੱਡਾ ਹਾਕਮ ਬਣਾ ਦੇਵਾਂਗਾ, ਵੱਡਾ ਰੁਤਬਾ ਦੇਵਾਂਗਾ। ਇਸ ਦੇ ਕਾਬਲ ਰਾਜ ਕਰਾਉ। ਕਾਬਲ ਦੇ ਵਿੱਚ ਉਹਨਾਂ ਦੂਤ ਦੇ ਕੋਲੋਂ ਰਾਜ ਕਰਾਵਾਂਗਾ। ਮੇਰੇ ਸਭ ਸੁਣ ਕੇ ਬਚ ਐਸਾ। ਜਦੋਂ ਐਵੇਂ ਪਾਤਸ਼ਾਹ ਨੇ ਕਿਹਾ, ਜਿਹੜੇ ਜਰਨੈਲ ਸਨ ਕਹਿੰਦੇ ਸੁਣ ਕੇ ਬੜੇ ਹੈਰਾਨ ਹੋਏ। ਤਾਉ ਭਇਓ ਭੀਖਨ ਜੈਸਾ। ਹਾਂ, ਪਾਤਸ਼ਾਹ ਕਹਿਣ ਲੱਗੇ ਕਿ ਇਹਨੂੰ ਕਾਬਲ ਦੇ ਵਿੱਚ ਰਾਜ ਦਿਵਾਵਾਂਗਾ। ਜਦੋਂ ਇੰਨੀ ਗੱਲ ਸੁਣੀ ਸਿੱਖਾਂ ਨੇ, ਕਹਿਣ ਲੱਗੇ ਤਾਂ ਵਿਭੀਸ਼ਣ ਵਰਗਾ ਹੀ ਬਣ ਗਿਆ। ਜਿਵੇਂ ਰਾਵਣ ਦਾ ਭਰਾ ਵਿਭੀਸ਼ਣ ਰਾਮਚੰਦਰ ਦੇ ਕੋਲ ਆਇਆ ਤੇ ਰਾਮਚੰਦਰ ਨੇ ਲੰਕਾ ਦਾ ਰਾਜ ਬਖਸ਼ ਦਿੱਤਾ ਸੀ। ਆਨ ਮਿਲਿਓ ਸਤਾ ਸਲਤਾ ਪਤ ਉਰੇ। ਹਾਂ, ਹੁਣ ਉਸੇ ਤਰੀਕੇ ਦੇ ਨਾਲ ਹੀ ਜਿਵੇਂ ਰਾਵਣ ਦੇ ਭਰਾ ਨੇ ਸਾਰਾ ਕੁਝ ਛੱਡ ਕੇ ਰਾਮਚੰਦਰ ਨੂੰ ਮਿਲੇ ਸਨ। ਲੰਕਾ ਪਤ ਸ੍ਰੀ ਰਘੁਬਰ ਕਰੇ। ਹਾਂ, ਰਾਮਚੰਦਰ ਨੇ ਫਿਰ ਲੰਕਾ ਦਾ ਪਤੀ ਰਾਜਾ ਬਣਾ ਦਿੱਤਾ। ਸੁਨ ਕਰ ਜੋਧ ਬੰਦਨਾ ਕੀਨ। ਐਵੇਂ ਰਾਏ ਜੋਧ ਨੇ ਸੁਣ ਕੇ ਪਾਤਸ਼ਾਹ ਅੱਗੇ ਬੰਦਨਾ ਕੀਤੀ। ਰਾਮਚੰਦ ਇਹ ਰੂਪ ਸੋਕੀਨ। ਹਾਂ, ਸੱਚੇ ਪਾਤਸ਼ਾਹ ਜੀ, ਤੁਹਾਡੇ ਸਿਰ ਤੇ ਵਾਹਿਗੁਰੂ ਦਾ ਹੱਥ ਹੈ, ਤੁਸੀਂ ਰੱਬ ਹੋ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਸਭ ਮਹਿ ਭਇਓ ਬਿਦਤ ਬਿਰਤਾਂਤ। ਹਾਂ, ਕਹਿੰਦੇ ਇਸ ਤਰੀਕੇ ਦੀ ਜਿਹੜੀ ਵਾਰਤਾ ਸੀ ਸਾਰੇ ਸਿੱਖਾਂ ਦੇ ਵਿੱਚ ਹੀ ਵਿਚਰ ਗਈ। ਸਤਿਗੁਰ ਕੀਨੋ ਜਿਸ ਭਾਂਤ। ਜਿਵੇਂ ਛੇਵੇਂ ਪਾਤਸ਼ਾਹ ਨੇ ਆ ਸਾਰਾ ਕਾਰਜ ਕੀਤਾ। ਧੰਨ ਧੰਨ ਸਭ ਬਦਨ ਉਚਾਰੇ। ਆ ਸਾਰਿਆਂ ਨੇ ਆਪਣੇ ਮੁਖ ਦੇ ਵਿੱਚੋਂ ਛੇਵੇਂ ਪਾਤਸ਼ਾਹ ਜੀਆਂ ਦੀ ਬੜੀ ਵਡਿਆਈ ਕੀਤੀ, ਧੰਨ ਧੰਨ ਕਿਹਾ। ਦੀਨ ਦਿਆਲ ਕੋ ਬਿਰਦ ਵਿਚਾਰੇ। ਆ ਸਾਰਿਆਂ ਵਿਚਾਰਿਆ ਕਿ ਇਹ ਦੀਨਾਂ ਦੇ ਦਿਆਲ ਹਨ, ਇਹ ਦੀਨਾਂ ਦੇ ਉੱਪਰ ਕਿਰਪਾ ਕਰਦੇ ਹਨ, ਦਿਆਲੂ ਹੁੰਦੇ ਨੇ। ਅਰਧ ਰਾਤ ਹੋਈ ਤਬ ਆਏ। ਐਵੇਂ ਕਹਿੰਦੇ ਅੱਧੀ ਰਾਤ ਦਾ ਸਮਾਂ ਹੋਇਆ ਸੀ ਜਦੋਂ ਆ ਦੂਤ ਆਇਆ। ਕਹਿਤ ਹਸਨ ਖਾਂ ਰਿਪ ਸਮੁਦਾਏ। ਐਵੇਂ ਜਿੰਨੇ ਵੀ ਉੱਤੇ ਸਿੱਖ ਸੂਰਮੇ ਖੜੇ ਸਨ, ਉਹਨਾਂ ਸਾਰਿਆਂ ਨੂੰ ਫਿਰ ਹਸਨ ਖਾਂ ਨੇ ਕਿਹਾ। ਜੇ ਜਨ ਰਖੀ ਹਥਿਆਰੀ। ਹਸਨ ਖਾਂ ਕਹਿਣ ਲੱਗਾ ਬਾਦਸ਼ਾਹ ਹੁਣ ਜਾਣਨਾ ਕਰੋ, ਆ ਤੁਹਾਡੇ ਵੈਰੀ ਸਾਹਮਣੇ ਚੜੀ ਆਉਂਦੇ ਨੇ। ਇਜਤ ਫੰਗ ਦਰੋ ਕਰੰਡਾਰੀ। ਆ ਇਹਨਾਂ ਵੱਡੇ ਵੱਡੇ ਜਰਨੈਲਾਂ ਨੇ ਬਾਦਸ਼ਾਹ ਆਪਣੀਆਂ ਬੰਦੂਕਾਂ ਦੇ ਵਿੱਚ ਗੋਲੀਆਂ ਭਰੀਆਂ ਨੇ, ਉਹ ਵੀ ਦੋ ਦੋ। ਸਭ ਦਲ ਮਹਿ ਨਰ ਸਤਿਗੁਰ ਫੇਰਾ। ਉਸ ਵੇਲੇ ਕਹਿੰਦੇ ਪਾਤਸ਼ਾਹ ਨੇ ਆਪਣੇ ਘੋੜੇ ਤੇ ਸਵਾਰ ਹੋ ਕੇ ਸੂਰਮਿਆਂ ਦੇ ਵਿੱਚ ਵਿਚਰਨ ਲੱਗੇ। ਸੁਚੇਤ ਬਨਹੁ ਇਸ ਬੇਰਾ। ਬਾਦਸ਼ਾਹ ਕਹਿਣ ਲੱਗੇ ਸੂਰਮਿਓ ਹੁਣ ਚੰਗੇ ਤਰੀਕੇ ਨਾਲ ਤਿਆਰ ਹੋ ਜਾਵੋ, ਜੰਗ ਲੱਗਣ ਲੱਗੀ। ਸੌ ਸੌਰ ਕੋ ਪਠਿਓ ਅਗਾਰੀ। ਐਵੇਂ ਕਹਿੰਦੇ 100 ਸੂਰਮਿਆਂ ਨੂੰ ਪਾਤਸ਼ਾਹ ਨੇ ਅੱਗੇ ਭੇਜ ਦਿੱਤਾ। ਆਏ ਤੁਰਕ ਤਹਿ ਦੇਹੁ ਸੁਧ ਸਾਰੀ। ਬਾਦਸ਼ਾਹ ਕਹਿਣ ਲੱਗੇ ਤੁਸੀਂ ਅੱਗੇ ਚਲੋ, ਜਿਸ ਵੇਲੇ ਮੁਗਲ ਆ ਗਏ ਤੁਸੀਂ ਸਾਰੀ ਖਬਰ ਦੇ ਦਿਓ। ਗੁਰਦਲ ਮਹਿ ਅੰਗੀਠੇ ਲਾਗੇ। ਇਸ ਤਰੀਕੇ ਨਾਲ ਪਾਤਸ਼ਾਹ ਨੇ ਸਾਰੇ ਸੂਰਮਿਆਂ ਨੂੰ ਤਿਆਰ ਕਰਕੇ ਆਪ ਆਪਣੀ ਜਗ੍ਹਾ ਤੇ ਬੈਠ ਗਏ। ਜਿਨਹੁ ਨਿਕਟਤੇ ਪਾਲੇ ਭਾਗੇ। ਜਿਹੜੇ ਨੇੜੇ ਨੇੜੇ ਵੱਡੇ ਵੱਡੇ ਜਰਨੈਲ ਸਨ ਸਾਰਿਆਂ ਨੂੰ ਪਾਤਸ਼ਾਹ ਨੇ ਤਿਆਰ ਕਰ ਲਿਆ। ਸ਼ਸਤਰਨ ਜੋਤ ਸਿਮਰਤ ਜਗਦੀਸ਼। ਐਵੇਂ ਸ਼ਸਤਰ ਵੱਡੇ ਵੱਡੇ ਹਥਿਆਰਾਂ ਨੂੰ ਯਾਦ ਕਰਕੇ ਪ੍ਰਮਾਤਮਾ ਦਾ ਨਾਮ ਲਿਆ,
ਕਿਉਂਕਿ ਕਲਗੀਧਰ ਪਾਤਸ਼ਾਹ ਜੀ ਬਚਨ ਕਰਦੇ ਨੇ ਵੀ ਆ ਜਿਹੜੇ ਸ਼ਸਤਰ ਹਥਿਆਰ ਨੇ ਸਾਡੇ ਪੀਰ ਨੇ। ਕਲਗੀਧਰ ਪਾਤਸ਼ਾਹ ਦਸਮ ਦੀ ਬਾਣੀ ਵਿੱਚ ਕਹਿੰਦੇ ਸੈਫ ਸਰੋਈ ਸਹਿਤੀ ਯਹ ਹਮਾਰੇ ਪੀਰ। ਪਾਤਸ਼ਾਹ ਕਹਿੰਦੇ ਆ ਵੱਡੇ ਵੱਡੇ ਸ਼ਸਤਰ ਹਥਿਆਰ ਜਿੰਨੇ ਵੀ ਨੇ ਇਹ ਸਾਡੇ ਪੀਰ ਹਨ, ਇਹੀ ਕਿਰਪਾ ਕਰਦੇ ਨੇ ਕਲਯੁਗ ਵਿੱਚ। ਮੇਰੇ ਤੇ ਕਿਤ 10 15 20 ਐਵੇਂ ਪਾਤਸ਼ਾਹ ਨੇ ਕਹਿੰਦੇ ਸਾਰੇ ਹਥਿਆਰਾਂ ਨੂੰ ਇਕੱਠਿਆਂ ਕਰਕੇ ਪਰਮਾਤਮਾ ਅੱਗੇ ਅਰਦਾਸ ਕੀਤੀ। ਐਵੇਂ ਜਿੰਨੇ ਸੂਰਮੇ ਸਨ ਸਾਰੇ ਹੀ ਅੱਗ ਬਾਲ ਕੇ, ਸਰਦੀ ਦਾ ਦਿਨ ਸੀ, ਸਾਰੇ ਅੱਗ ਬਾਲ ਕੇ 15 10 ਝੁੰਡ ਬਣਾ ਕੇ ਬੈਠੇ। ਸਭ ਸਕੋਟਨ ਕੇ ਤਨ ਬਿਨ ਪਾਲੇ ਐਵੇਂ ਸਾਰੇ ਸੂਰਮਿਆਂ ਦੇ ਤਨ ਕਹਿੰਦੇ ਪਾਲੇ ਠੰਡ ਤੋਂ ਬਿਨਾ ਹੋ ਗਏ। ਹਤਨ ਰਿਪਨ ਸਾਵਧਾਨ ਪਿਸਾਲੇ ਐਵੇਂ ਸਾਰੇ ਸੂਰਮੇ ਵੈਰੀਆਂ ਨੂੰ ਮਾਰਨ ਦੇ ਲਈ ਐ ਸਾਵਧਾਨ ਹੋ ਗਏ। ਸਮੈ ਤੁਰ ਕੇ ਚਲੇ ਸਭ ਆਏ ਆ ਕਵੀ ਜੀ ਕਹਿੰਦੇ ਰਾਤ ਦੇ ਸਮੇਂ ਸਾਰੇ ਹੀ ਤੁਰਕ ਚੱਲ ਕੇ ਆਏ। ਜੜ ਸਮ ਸੀਤ ਕਰੇ ਨਰ ਪਾਏ ਆ ਇੰਨੀ ਠੰਡ ਪੈਂਦੀ ਸੀ, ਸਾਰੇ ਤੁਰਕ ਕਹਿੰਦੇ ਠੰਡ ਦੇ ਨਾਲ ਠਰਦੇ ਪਏ। ਦੋਹਰਾ ਜਾਮ ਦਿਵਸ ਕੇ ਚਲੇ ਤੇ ਹਾਂ ਹੁਣ ਕਵੀ ਜੀ ਇੱਥੇ ਦੂਸਰਾ ਜੰਗ ਦਾ ਅਧਿਆਇ ਆਰੰਭ ਕਰਦੇ ਹਨ। ਕਵੀ ਜੀ ਦੱਸਦੇ ਕਿ ਜਦੋਂ ਦਿਨ ਦਾ ਸਮਾਂ ਸੀ ਆ ਤੁਰਕ ਸਾਰੇ ਚੱਲੇ ਸਨ। ਲਵਪੁਰ ਤੇ ਪ੍ਰਸਥਾਨ ਹਾਂ ਲਾਹੌਰ ਦੇ ਵਿੱਚੋਂ ਦਿਨ ਦੇ ਸਮੇਂ ਚਾਲਾ ਮਾਰਿਆ ਇਹਨਾਂ। ਤੀਨ ਜਾਮ ਮਾਰਗ ਚੱਲੇ ਐਵੇਂ 3 ਜਾਮ ਤੱਕ ਇਹ ਸਾਰੇ ਰਸਤੇ ਤੇ ਚੱਲਦੇ ਰਹੇ। ਮਨ ਨਿਸਕੀਨ ਭਿਆਨ ਆ ਫੇਰ ਆ ਕੇ ਪਿਆਨਾ ਕੀਤਾ। ਜਾਓ ਪਈ ਕੁਛ ਵਿਸਰਾਮ ਕੀਨ ਸ਼ਰਮ ਹੋਏ ਆ ਕੁਝ ਤਾਂ ਜਿਹੜੇ ਥੱਕੇ ਸਨ ਉਹਨਾਂ ਵਿਸ਼ਰਾਮ ਹੀ ਕਰ ਲਿਆ ਤੇ ਕੁਝ ਕੁ ਜਿਹੜੇ ਵਿੱਚ ਫੌਜ ਦੇ ਸਨ ਉਹ ਥੱਕੇ ਪਏ। ਦੋ ਇੱਕ ਜਾਮ ਨੀਠ ਹੀ ਸੋਏ ਆ ਕਵੀ ਜੀ ਕਹਿੰਦੇ 1-2 ਜਾਮ ਕੁਝ ਕੁ ਸਮਾਂ ਜਿਹੜੇ 2-3 ਪਹਿਰ ਰਾਤ ਦੇ ਉਹ ਰਸਤੇ ਵਿੱਚ ਸੌਂ ਵੀ ਗਏ ਸਨ। ਹੋਰ ਚੜੇ ਦਿਨ ਸਗਰੇ ਚਾਲੇ ਹਾਂ ਜਦੋਂ ਦਿਨ ਚੜ ਗਿਆ ਫਿਰ ਸਾਰੇ ਜਿੰਨੇ ਜਰਨੈਲ ਆਏ ਸਨ ਮੁਗਲਾਂ ਦੇ ਐ ਸਾਵਧਾਨ ਹੋ ਕੇ ਘੋੜਿਆਂ ਤੇ ਚੜੇ। ਚਾਰ ਜਾਮ ਪੰਥ ਵਿਸਾਲੇ ਐਵੇਂ 4 ਪਹਿਰਾਂ ਦੇ ਵਿੱਚ ਲੰਮੇ ਰਸਤੇ ਤੇ ਪਵਨ ਨਿਸਾ ਦੂਸਰ ਹੋਏ ਆਈ ਹਾਂ ਐਵੇਂ ਕਹਿੰਦੇ ਅਗਲੀ ਦੂਸਰੀ ਦਿਨ ਚੜ ਆਇਆ। ਕਿਸ ਕਿਸ ਖਾਨੋਂ ਕੀਨ ਬਣਾਈ ਆ ਕੁਝ ਕੁ ਤਾਂ ਮੁਗਲਾਂ ਨੇ ਕਹਿੰਦੇ ਖਾਣ ਪਾਣ ਕੀਤਾ ਤੇ ਕੁਝ ਕੁ ਐਵੇਂ ਭੁੱਖੇ ਹੀ ਨੇ। ਦਾਨਾ ਦੀਨ ਸਕਿਨ ਹੋ ਨਿਹਾਰੀ ਆ ਕੁਝ ਕੁ ਨੇ ਜਾ ਕੇ ਘੋੜਿਆਂ ਨੂੰ ਦਾਣਾ ਪਾਣੀ ਤੇ ਕੁਝ ਨੇ ਨਿਹਾਰੀ ਦਿੱਤੀ। ਤਉ ਸ਼ਰਮਤ ਫਟ ਭੇ ਮਗ ਭਾਰੀ ਹਾਂ ਐਵੇਂ ਕਹਿੰਦੇ ਵੱਡੇ ਵੱਡੇ ਜਿਹੜੇ ਜਰਨੈਲ ਆਏ ਸਨ ਚੜ ਕੇ ਇਹ ਕੁਝ ਕੁ ਤਾਂ ਭੁੱਖੇ ਹੀ ਬੈਠੇ ਨੇ। ਰੂਪਾ ਗ੍ਰਾਮ ਉਲੰਘ ਕਰ ਆਏ ਆ ਐਵੇਂ ਭਾਈ ਕਾ ਰੂਪਾ ਨਗਰ ਲੰਘ ਕੇ ਆ ਵੱਡੇ ਵੱਡੇ ਫੌਜਾਂ ਦੇ ਜਰਨੈਲ ਆ ਗਏ। ਪਵ ਬ੍ਰਾਹਮਣ ਕੇ ਆਗੂ ਲਿਆਏ ਐਵੇਂ ਜਿਹੜੇ ਸਾਰੇ ਨਗਰ ਸਨ ਭਾਈ ਕਾ ਰੂਪਾ ਇਹਦੇ ਲਾਗੇ ਹੋਰ ਵੀ ਜਿੰਨੇ ਨਗਰ ਸਨ ਇਹਨਾਂ ਨਗਰਾਂ ਦੇ ਜਿਹੜੇ ਵੱਡੇ ਵੱਡੇ ਉਮਰਾਵ ਸਨ ਜਾਂ ਵੱਡੇ ਵੱਡੇ ਸਰਪੰਚ ਸਨ ਇਹ ਸਾਰੇ ਇਕੱਠੇ ਕਰ ਲਏ। ਕਹਿ ਕਿ ਜਿਸ ਬਲ ਗੁਰ ਕੋ ਡੇਰਾ ਆ ਬੜਾ ਡਰ ਦੇ ਕੇ ਕਹਿਣ ਲੱਗੇ ਕਿ ਸਾਨੂੰ ਦੱਸਣਾ ਕਰੋ ਗੁਰੂ ਦਾ ਡੇਰਾ ਕਿੱਥੇ। ਹਮੇ ਦਿਖਾਏ ਦੇਹੋ ਇੱਕ ਬੇਰਾ ਹਾਂ ਇੱਕ ਵਾਰ ਸਾਨੂੰ ਗੁਰੂ ਦਾ ਡੇਰਾ ਦਿਖਾ ਦਿਓ। ਗ੍ਰਾਮ ਕੇ ਨਰ ਕੋ ਡੇਰਾ ਆ ਏਦਾਂ ਕਹਿੰਦੇ ਜਿਹੜੇ ਨਗਰ ਦੇ ਲੋਕ ਸਨ ਉਹ ਬੜੇ ਹੀ ਡਰ ਗਏ। ਗ੍ਰਾਮ ਕੇ ਨਰ ਕੋ ਬਹੁਤਾਰ ਐਵੇਂ ਨਗਰ ਦੇ ਜਿੰਨੇ ਲੋਕ ਸਨ ਸਾਰਿਆਂ ਨੂੰ ਬੜਾ ਡਰਾਉਣਾ ਕਰਦੇ ਤੇ ਪੁੱਛਦੇ। ਡਰ ਕਰ ਆਗੂ ਅਗਰ ਪਧਾਰ ਐਵੇਂ ਕਹਿੰਦੇ ਡਰ ਕੇ ਜਿਹੜੇ ਆ ਨਗਰਾਂ ਦੇ ਆਗੂ ਸਨ ਅੱਗੇ ਲੱਗ ਕੇ ਚੱਲ ਪਏ। ਸਜਾਮ ਸਚਰਤ ਬਿਤਾਏ ਹਾਂ ਐਵੇਂ 3-4 ਜਾਮ ਘੜੀਆਂ ਚੱਲਦੇ ਹੋਏ ਆ ਗਏ। ਚੌਦ ਸਮੈ ਮਹਿ ਪੁਰ ਨਿਰਾਏ ਹਾਂ ਇੰਦਾ ਕਹਿੰਦੇ 13 ਕ ਜਾਮ 13 ਪਹਿਰ ਚੱਲੇ ਤੇ 14ਵੇਂ ਪਹਿਰ ਦੇ ਵਿੱਚ ਗੁਰੂ ਦੇ ਕੋਲ ਆ ਗਏ। ਮਹਾ ਸ਼ਰਮਤ ਅਰ ਸ਼ੁੱਧ ਵਿਸਾਲੇ ਹਾਂ ਬੜੇ ਹੀ ਥੱਕੇ ਸਨ ਮੁਗਲ ਤੇ ਬੜੀ ਭੁੱਖ ਲੱਗੀ ਸੀ। ਹਰੇ ਚਰਨ ਕਰ ਲਾਗਤ ਪਾਲੇ ਹਾਂ ਬੜੇ ਇਹਨਾਂ ਦੇ ਪੈਰ ਠੰਡ ਦੇ ਨਾਲ ਠਰ ਰਹੇ ਸਨ। ਨਾਮ ਕਾਰਨ ਤੇ ਦੁਰਕਾਨਾ ਐਵੇਂ ਕਵੀ ਜੀ ਕਹਿੰਦੇ 3 ਕਾਰਨ ਸਨ। ਇੱਕ ਤਾਂ ਥੱਕੇ ਪਏ ਸਨ, ਦੂਸਰੇ ਭੁੱਖੇ ਵੀ ਸਨ, ਉੱਤੋਂ ਤੀਜੀ ਠੰਡ ਪੈ ਰਹੀ ਸੀ। ਵਿਆਕੁਲ ਬਹੁ ਜਿਮ ਹੋਏ ਸਵਧਾਨਾ ਹਾਂ ਬੜੇ ਵਿਆਕੁਲ ਜਿਹੇ ਹੋਏ ਸਨ
ਤੇ ਕਿਵੇਂ ਸਾਵਧਾਨ ਹੋ ਜਾਂਦੇ ਆ ਮੁਗਲ। ਲੱਲਾ ਬੇਗ ਚੁੱਤ ਸਭ ਸਰਦਾਰਾ। ਉਸ ਵੇਲੇ ਆ ਜਿਹੜਾ ਜਰਨੈਲ ਬਣ ਕੇ ਆਇਆ ਸੀ ਲਲਾ ਬੇਗ, ਕਹਿੰਦੇ ਵੱਡੇ ਵੱਡੇ ਜਿੰਨੇ ਸਰਦਾਰਾਂ ਦੇ ਨਾਲ ਮਹਿ ਲਸ਼ਕਰ ਕੋ ਹਾਲ ਵਿਚਾਰਾ। ਇਹਨੇ ਆਪਣੀ ਫੌਜਾਂ ਦਾ ਹਾਲ ਨਹੀਂ ਵੇਖਿਆ ਕਿ ਫੌਜ ਤੇ ਸਾਰੀ ਥੱਕੀ ਪਈ ਏ। ਆਪ ਧਰੇ ਤਨ ਪਰ ਪੁਸਤੀਨ। ਆਪ ਤਾਂ ਕਹਿੰਦੇ ਸਰੀਰ ਦੇ ਉੱਪਰ ਆ ਚਮੜੇ ਦਾ ਬਣਾਇਆ ਹੋਇਆ ਕੋਟ ਜਿਹਾ ਪਾਇਆ ਸੀ। ਤਿਆਰ ਕਰਾਏ ਖਾਨ ਕਰ ਲੀਨ। ਐਵੇਂ ਆਪ ਤਾਂ ਜਰਨੈਲਾਂ ਨੇ ਕਹਿੰਦੇ ਖਾਣ ਪੀਣ ਦੇ ਲਈ ਭੋਜਨ ਛਕ ਲਿਆ ਸੀ, ਪਰ ਫੌਜ ਤੇ ਸਾਰੀ ਭੁੱਖੀ ਸੀ। ਅਗਰ ਸੁਪਟ ਜਿਨ ਲਰਬੋ ਆਗੇ। ਹੋਰ ਜਿਹੜੇ ਸੂਰਮੇ ਅੱਗੇ ਹੋ ਕੇ ਲੜਨ ਵਾਲੇ ਸਨ, ਕਾਰਨ ਤਿਨ ਤਨ ਲਾਗੇ। ਇਹਨਾਂ ਸਾਰਿਆਂ ਨੇ ਆ ਤਿੰਨੇ ਕਾਰਨ ਜਿਹੜੇ ਸੀ ਆਪਣੇ ਸਰੀਰ ਤੇ ਜਾਣੇ। ਕਹਿ ਬਹੁ ਰਹੇ ਨ ਕਿਨਹੂ ਮਾਨੀ। ਆ ਬੜੇ ਜਿਹੜੇ ਜਰਨੈਲ ਸਨ, ਇਹਨਾਂ ਦੇ ਕੋਲ ਜਾ ਕੇ ਸਿਪਾਹੀ ਕਹਿੰਦੇ ਕਿ ਸਾਨੂੰ ਭੁੱਖ ਲੱਗੀ, ਅਸੀਂ ਥੱਕੇ ਵੀ ਹਾਂ। ਕਹਿੰਦੇ ਕਿਸੇ ਨੇ ਪਰ ਮੰਨੀ ਨਹੀਂ। ਕਹਿ ਸੀਕਰਤਾ ਸਾਹੋ ਬਖਾਨੀ। ਇਹੋ ਵਾਰ-ਵਾਰ ਕਹਿੰਦੇ ਸੀ ਕਿ ਬਾਦਸ਼ਾਹ ਨੇ ਕਿਹਾ ਕਿ ਛੇਤੀ ਨਾ ਪਹੁੰਚ ਜਾਇਓ। ਪਰਮ ਦੁਖੀ ਕਰ ਲਸ਼ਕਰ ਲਿਆਏ। ਐਵੇਂ ਕਹਿੰਦੇ ਬੜਾ ਦੁਖੀ ਕਰਕੇ ਆਪਣੀਆਂ ਫੌਜਾਂ ਨੂੰ ਇਹ ਲੈ ਕੇ ਆਇਆ ਸੀ ਲਲਾ ਬੇਗ। ਸਵਾਰਨ ਕੇ ਲਿਰਾਏ। ਐਵੇਂ ਜਿਹੜੇ ਉਧਰੋਂ ਛੇਵੇਂ ਪਾਤਸ਼ਾਹ ਨੇ ਆ ਫੌਜਾਂ ਦੇ ਜਿਹੜੇ 100 ਜਰਨੈਲ ਅੱਗੇ ਕਰਕੇ ਰੱਖੇ ਸਨ ਕਿ ਜਦੋਂ ਵੀ ਕੋਈ ਮੁਗਲਾਂ ਦਾ ਦਲ ਅੱਗੇ ਆਵੇ ਸਾਨੂੰ ਦੱਸ ਦਿਓ। ਐਵੇਂ ਜਿਹੜੇ 100 ਘੋੜ ਸਵਾਰ ਹਨ, ਜਿਉ ਆਵਤ ਬੇਥ ਬਾਗ ਉਠਾਏ। ਜਦੋਂ ਇਹਨਾਂ 100 ਜਵਾਨਾਂ ਨੇ ਵੇਖਿਆ ਕਿ ਮੁਗਲ ਅੱਗੋਂ ਆ ਗਏ ਨੇ, ਕਹਿੰਦੇ ਬੜਾ ਹੀ ਰੌਲਾ ਉਠਾ ਦਿੱਤਾ। ਤਿਆਰ ਤਫੰਗਨ ਸ਼ਲਖ ਚਲਾਏ। ਐਵੇਂ ਸੂਰਮਿਆਂ ਨੇ ਆਪਣੇ ਹੱਥ ਦੇ ਵਿੱਚ ਬੰਦੂਕਾਂ ਫੜ ਕੇ ਕਹਿੰਦੇ ਬਾਰ-ਬਾਰ ਗੋਲੀਆਂ ਚਲਾਉਂਦੇ। ਕੜਾ ਕਾੜ ਜਗ ਇਕੱਠੀ ਸ਼ੋਰੀ। ਜਦੋਂ ਇਕੱਠੀਆਂ ਗੋਲੀਆਂ ਚਲਾਉਂਦੇ ਕਹਿੰਦੇ ਤਾੜ ਤਾੜ ਦੀ ਆਵਾਜ਼ ਆਉਂਦੀ। ਕਿਤ ਕਰੇ ਬਲਾਗਤ ਗੋਰੀ। ਕੁਝ ਕੁ ਤਾਂ ਕਹਿੰਦੇ ਗੋਲੀ ਲੱਗਣ ਨਾਲ ਘੋੜੇ ਡਿੱਗ ਪਏ ਤੇ ਕੁਝ ਗੋਲੀ ਲੱਗਣ ਨਾਲ ਵੈਰੀ ਵੀ ਜ਼ਮੀਨ ਤੇ ਡਿੱਗੇ। ਆਵਤ ਲਸ਼ਕਰ ਕੋ ਮੁਖ ਤੋਰਾ। ਐਵੇਂ ਜਿਹੜਾ ਅਗਲੇ ਪਾਸਿਓਂ ਮੇਨ ਜਿਹਾ ਲਸ਼ਕਰ ਬਣ ਕੇ ਆਉਂਦਾ ਸੀ, ਆ ਲਸ਼ਕਰ ਦਾ ਕਹਿੰਦੇ ਮੂੰਹ ਭੰਨ ਸੁੱਟਿਆ ਸਿੰਘਾਂ ਨੇ। ਜਿਨਾ ਜਾਮਨ ਕੋ ਤਮ ਘੋਰਾ। ਰਾਤ ਦਾ ਸਮਾਂ ਸੀ, ਹਨੇਰਾ ਛਾਇਆ ਪਿਆ, ਕਿਸੇ ਨੂੰ ਵੀ ਕੁਝ ਪਤਾ ਨਾ ਲੱਗਿਆ ਕੀ ਬਣਿਆ। ਲਲਾ ਬੇਗ ਜਾਣਿਓ ਗੁਰ ਹਾਂ। ਉਸ ਵੇਲੇ ਕਹਿੰਦੇ ਆ ਜਰਨੈਲ ਲਲਾ ਬੇਗ ਨੇ ਜਾਣਿਆ ਕਿ ਗੁਰੂ ਸਾਹਮਣੇ ਹੀ ਹੈ ਹੁਣ। ਚਾਰ ਮਤਾਬੀ ਜਾਰੇ ਮਹਾ। ਉਸ ਵੇਲੇ ਕਹਿੰਦੇ ਝਾੜ ਕੇ ਮਤਾਬੀ ਨੂੰ ਜਗਾ ਲਿਆ। ਅਨੰਦ ਮਸਾਲ ਜਲਾਵਨ ਕੀਨੇ। ਫਿਰ ਬੜੀਆਂ ਮਸ਼ਾਲਾਂ ਜੀਆਂ ਜਗਾ ਲਈਆਂ। ਆ ਜਿਹੜੀ ਮਤਾਬੀ ਕਹਿੰਦੇ ਇਹਦਾ ਇੰਨਾ ਪ੍ਰਤਾਪ ਸੀ ਜਿਵੇਂ ਰਾਤ ਦੇ ਸਮੇਂ ਚੰਦਰਮਾ ਦਾ ਪ੍ਰਕਾਸ਼ ਹੁੰਦਾ ਏ, ਐਡਾ ਤੇਜ ਪ੍ਰਤਾਪ ਸੀ, ਸਾਰੇ ਪਾਸੇ ਚਾਨਣ ਹੋ ਗਿਆ। ਇਹੋ ਪ੍ਰਕਾਸ਼ ਦਿਸਨ ਤਾ ਮਹੀਨੇ। ਐਵੇਂ ਕਵੀ ਜੀ ਕਹਿੰਦੇ ਸਾਰੇ ਪਾਸੇ ਐ ਚਾਨਣ ਹੋ ਗਿਆ, ਘੋੜੇ ਦਿਸਣ ਲੱਗ ਪਏ। ਕਹਿ ਸਤਿਗੁਰ ਜੋਤ ਚੜਾਇਓ। ਇਧਰੋਂ ਉਧਰੋਂ ਅਗਲੇ ਪਾਸੇ ਜਦੋਂ ਛੇਵੇਂ ਪਾਤਸ਼ਾਹ ਨੇ ਗੋਲੀਆਂ ਦਾ ਖੜਾਕਾ ਸੁਣਿਆ, ਕਹਿੰਦੇ ਪਾਤਸ਼ਾਹ ਨੇ ਆਪਣਾ ਪਹਿਲਾ ਜਰਨੈਲ ਤੋਰਨ ਲੱਗੇ ਨੇ। ਐਵੇਂ ਰਾਏ ਜੋਧ ਨੂੰ ਪਾਤਸ਼ਾਹ ਨੇ ਤਿਆਰ ਕਰ ਲਿਆ। ਸੰਗੀ ਜਾਤੀ ਮਲਕ ਮਿਲਾਇਓ। ਐਵੇਂ ਮਲਕ ਨੂੰ ਨਾਲ ਸਾਥੀ ਬਣਾ ਕੇ ਤੋਰਿਆ। ਪਰੇ ਹਾਥ ਨਿਮ ਰਿਪ ਮਤ ਮੋਟੇ। ਪਾਤਸ਼ਾਹ ਕਹਿਣ ਲੱਗੇ ਆ ਜਿਹੜੇ ਮੁਗਲ ਮੋਟੀ ਮੱਤ ਵਾਲੇ ਅੱਗੋਂ ਆਉਂਦੇ ਨੇ, ਇਹ ਤਾਂ ਸਾਡੇ ਹੱਥ 'ਚ ਹੀ ਆ ਗਏ ਹੁਣ। ਪ੍ਰਾਪਤ ਮੈਦਾਨ ਸੋ ਹੋਟੇ। ਜਿਵੇਂ ਹੱਥ ਦੇ ਵਿੱਚ ਆ ਜਾਣਾ ਮੋਟੀ ਮੱਤ ਵਾਲੇ। ਸ਼ੁੱਧ ਸ਼ਰਮਤ ਬਹੁ ਨੀਂਦ ਦਬਾਏ। ਇਹਨਾਂ ਨੂੰ ਤਾਂ ਨੀਂਦ ਨੇ ਭੁੱਖ ਨੇ ਬੜਾ ਦੱਬ ਰੱਖਿਆ। ਬਾਰਾਂ ਪਰੇ ਠਰੇ ਕਰ ਪਾਏ। ਪਾਲਾ ਠੰਡ ਬੜੀ ਲੱਗਦੀ ਇਹਨਾਂ ਨੂੰ, ਕਹਿੰਦੇ ਠੰਡ ਨਾਲ ਬੜੇ ਹੀ ਕੰਬ ਰਹੇ ਨੇ। ਆਹੋ ਬਾਜ ਦੀਨੀ ਵਿਜੈ ਸੁਖੈਨ। ਉਸ ਵੇਲੇ ਪਾਤਸ਼ਾਹ ਨੇ ਆਪਣੇ ਜਰਨੈਲ ਰਾਏ ਜੋਧ ਨੂੰ ਕਿਹਾ ਕਿ ਛੇਤੀ ਨਾ ਜਾ ਕੇ ਇਹਨਾਂ ਮੁਗਲਾਂ ਨੂੰ ਅੱਗੋਂ ਦੱਬ ਲੈ। ਆਹੋ ਬਾਜ ਸਾਨੂੰ ਬੇਗ ਬਡੇਰੇ। ਬਾਜ ਦੇ ਵਾਂਗੂ ਉੱਡ ਕੇ ਜਾਏ, ਮੁਗਲਾਂ ਬਟੇਰਿਆਂ ਨੂੰ ਫੜ ਕੇ ਮਾਰ ਦਿਓ। ਤੁਰਕ ਜਨ ਨਵੇਂ ਬਡੇਰੇ। ਜਿਹੜੇ ਬਟੇਰੇ ਤੁਰਕ ਹਨ ਇਹਨਾਂ ਨੂੰ ਬਾਜ ਦੇ ਵਾਂਗੂ ਝਪਟ ਮਾਰ ਕੇ ਉੱਥੇ ਹੀ ਮਾਰ ਦਿਓ। ਸਤਿਗੁਰ ਦੀਨੀ ਵਿਜੈ ਸੁਖੈਨ। ਐਵੇਂ ਛੇਵੇਂ ਪਾਤਸ਼ਾਹ ਕਹਿਣ ਲੱਗੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸੌਖੀ ਹੀ ਜਿੱਤ ਦੇ ਦਿੱਤੀ। ਵਿਆਕੁਲ ਜੇਨ ਕੇਨ ਅਰਸੈਨ। ਜਿਹੜੀ ਸਾਰੀ ਸੈਨਾ ਵਿਆਕੁਲ ਹੋ ਕੇ ਅੱਗੋਂ ਆ ਰਹੀ। ਰਿੰਦ ਮਸਾਲਾ ਜੋਧ ਅਗਾਰੀ। ਐਵੇਂ ਰਾਏ ਜੋਧ ਨੇ ਕਹਿੰਦੇ ਵੱਡੀਆਂ ਮਸ਼ਾਲਾਂ ਜਲਾ ਲਈਆਂ। ਗੁਰ ਕੋ ਹੁਕਮ ਪਾਏ ਕਰ ਜਾਰੀ।
ਗੁਰੂ ਸਾਹਿਬ ਜੀਆਂ ਦਾ ਹੁਕਮ ਪਾ ਕੇ ਪਹਿਲਾ ਫੌਜ ਦਾ ਜਰਨੈਲ ਰਾਏ ਜੋਧ ਚੱਲਿਆ। ਗੁਰ ਨਗਾਰਜੀ ਕੋ ਕਹਿਨਾਮਾ। ਉਸ ਵੇਲੇ ਪਾਤਸ਼ਾਹ ਨੇ ਜਿਹੜਾ ਨਗਾਰਜੀ ਸਿੱਖ ਸੀ ਕੋਲ ਉਹਨੂੰ ਐਵੇਂ ਕਿਹਾ। ਤੇਰਾ ਵੀਰਾ ਦੀਹਤ ਮਾਮਾ। ਪਾਤਸ਼ਾਹ ਕਹਿਣ ਲੱਗੇ ਨਗਾਰਜੀ ਸਿੰਘ ਨੂੰ ਕਿ ਨਗਾਰੇ ਦੀ ਹਿੱਕ ਦੇ ਉੱਪਰ ਐ ਖਿੱਚ ਖਿੱਚ ਕੇ ਚੋਟਾ ਮਾਰ। ਭੰਗ ਅਰ ਚੱਲੇ ਕਿਰਪਾਨਾ। ਹਾਂ, ਜਿਹਦੇ ਨਾਲ ਕਹਿੰਦੇ ਖੜਾਕੇ ਨਾ ਐਵੇਂ ਖੜਾਕਾ ਹੋਇਆ ਜਿਵੇਂ ਅਸਮਾਨ ਦੇ ਵਿੱਚ ਭਾਰੀ ਬੱਦਲ ਗਰਕਿਆ ਹੋਵੇ, ਐਵੇਂ ਕਹਿੰਦੇ ਖੜਾਕੇ ਨਾਲ ਸੂਰਮਿਆਂ ਨੇ ਹੱਥਾਂ ਦੇ ਵਿੱਚ ਤਿੱਖੀਆਂ ਤਲਵਾਰਾਂ ਫੜ ਕੇ ਨਾਲ ਹੀ ਬੰਦੂਕਾਂ ਕੱਢ ਲਈਆਂ। ਸੋਹਣਤ ਅਵਨੀ ਬਹਿ ਮਹਾਨਾ। ਉਸ ਵੇਲੇ ਸਾਰੇ ਸੂਰਮੇ ਤਿਆਰ ਬਰ ਤਿਆਰ ਹੋ ਕੇ ਚੱਲ ਪਏ। ਪਰ ਜੋਬ ਧੌਂਸਾ ਤੁਮ ਘਾਰੇ। ਐਵੇਂ ਕਹਿੰਦੇ ਵਾਰ-ਵਾਰ ਧੌਂਸੇ ਦੀ ਹਿੱਕ ਤੇ ਚੋਟਾਂ ਵੱਜਦੀਆਂ। ਅਤੇ ਉਹ ਵੀਰ ਰਸ ਭਟ ਲਲਕਾਰੇ। ਸਾਰੇ ਸੂਰਮਿਆਂ ਦੇ ਅੰਦਰ ਵੀਰ ਰਸ ਭਰ ਗਿਆ ਤੇ ਸਾਰੇ ਸੂਰਮੇ ਲਲਕਾਰੇ ਮਾਰਦੇ ਤੁਰੇ ਜਾਂਦੇ। ਚੜਿਓ ਜੋਤ ਜਲ ਆਗੈ ਗਇਓ। ਐਵੇਂ ਰਾਏ ਜੋਧ ਘੋੜੇ ਤੇ ਸਵਾਰ ਹੋ ਕੇ ਫੌਜਾਂ ਦੀ ਅਗਵਾਈ ਕਰਦਾ ਅੱਗੇ ਨੂੰ ਚੱਲ ਪਿਆ। ਤਿਸ ਮਾਰੂ ਬਾਜਤ ਭਇਓ। ਹਾਂ, ਦੋਵੇਂ ਪਾਸਿਓਂ ਕਹਿੰਦੇ ਫੌਜਾਂ ਦਾ ਆਮੋ ਸਾਹਮਣੇ ਟਾਕਰਾ ਹੋਇਆ ਤੇ ਬੜੀ ਹੀ ਮਾਰ ਮਚੀ ਆਪਸ ਵਿੱਚ। ਭੁਜੰਗ ਫਰਿਆਦ ਛੰਦ ਦਮਾਮੇ ਭੱਜੇ ਬ੍ਰਿੰਦ ਭੇਰੀ ਪੁੰਕਾਰੇ। ਹਾਂ, ਐਵੇਂ ਭੁਜੰਗ ਫਰਿਆਦ ਛੰਦ ਦੇ ਵਿੱਚ ਕਵੀ ਜੀ ਹੁਣ ਸਭ ਦੀ ਚਾਲ ਦੇ ਵਿੱਚ ਆ ਜਿਹੜਾ ਅੱਗੇ ਪ੍ਰਸੰਗ ਹੈ ਸਾਰਾ ਦੱਸਦੇ ਪੜੋ ਜੀ। ਦਮਾਮੇ ਭੱਜੇ ਬ੍ਰਿੰਦ ਭੇਰੀ ਪੁੰਕਾਰੇ। ਐਵੇਂ ਕਹਿੰਦੇ ਦੋਵੇਂ ਪਾਸੇ ਦੀਆਂ ਫੌਜਾਂ ਆਈਆਂ, ਦੋਵੇਂ ਪਾਸਿਓਂ ਭਾਰੀ ਦਮਾਮੇ ਤੇ ਭੇਰੀਆਂ ਵੱਜੀਆਂ। ਤੁਮ ਫੰਗਾਨ ਗੋਰੀ ਕੱਸੇ ਫੇਰ ਮਾਰੇ। ਹਾਂ, ਦੋਵੇਂ ਪਾਸੇ ਦੇ ਜਰਨੈਲਾਂ ਨੇ ਜਿਹੜੇ ਸੂਰਮੇ ਸਨ ਕਹਿੰਦੇ ਹੱਥਾਂ ਦੇ ਵਿੱਚ ਤਫੰਗਾਂ ਬੰਦੂਕਾਂ ਫੜ ਕੇ ਗੋਲੀਆਂ ਕੱਸ ਲਈਆਂ ਵਿੱਚ। ਤੇਜ ਘੋੜੇ ਅਗਾਰੀ ਦਵਾਏ। ਐਵੇਂ ਸੂਰਮੇ ਗੁਰੂ ਸਾਹਿਬ ਜੀਆਂ ਦੇ ਕੋਲੋਂ ਚੱਲੇ ਘੋੜੇ ਨੂੰ ਬੜਾ ਤੇਜ਼ ਕਰਦੇ। ਤੀਰ ਮਾਰੇ ਸੋ ਨੀਚੇ ਭਰਮਾਏ। ਆ ਜਿਹਦੇ ਵੱਲ ਵੀ ਸਿੱਖ ਖਿੱਚ ਕੇ ਤੀਰ ਮਾਰਦੇ ਉਹ ਅਗਲੇ ਪਾਸਿਓਂ ਵੈਰੀ ਧਰਤੀ ਤੇ ਜਾ ਡਿੱਗਦਾ। ਮੇਰੇ ਸ਼ਤਰੂ ਤੱਕੈ ਤਾਂ ਹੀ ਮਾਰੈ। ਐਵੇਂ ਦੋਵੇਂ ਪਾਸੇ ਦੇ ਕਹਿੰਦੇ ਵੈਰੀ ਆਮੋ ਸਾਹਮਣੇ ਹੋਏ। ਲੱਗੈ ਅੰਗ ਜਾ ਕੇ ਗਿਰੈ ਨਾ ਸੰਭਾਰੈ। ਜਿਹਦੇ ਵੀ ਸਰੀਰ ਦੇ ਵਿੱਚ ਗੋਲੀ ਵੱਜਦੀ ਕਹਿੰਦੇ ਆਪਣੇ ਆਪ ਨੂੰ ਸੰਭਾਲਦਾ ਨਹੀਂ, ਧਰਤੀ ਤੇ ਡਿੱਗ ਜਾਂਦਾ। ਭਇਓ ਭੇੜ ਭਾਰੋ ਨਿਰਭੈ ਵੀਰ ਬਾਂਕੇ। ਐਵੇਂ ਦੋਵਾਂ ਪਾਸਿਆਂ ਦਾ ਭਾਰੀ ਭੇੜ ਮਚਿਆ। ਦੋਵੇਂ ਪਾਸੇ ਦੇ ਬੜੇ ਵੱਡੇ ਸੂਰਮੇ ਨੇ। ਸਹਾਈ ਗੁਰੂ ਜਨ ਦੌਰੇ ਚੱਲਾ ਕੇ। ਐਵੇਂ ਸਿੱਖਾਂ ਨੇ ਗੁਰੂ ਸਾਹਿਬ ਜੀਆਂ ਨੂੰ ਆਪਣਾ ਸਹਾਇਕ ਮੰਨ ਕੇ ਬੜੀਆਂ ਗੋਲੀਆਂ ਚਲਾ ਦਿੱਤੀਆਂ। ਕੀ ਤੂਲ ਗਿਆਨ ਦੁਰੇ ਬ੍ਰਿੰਦ ਤਾਰੇ। ਐਵੇਂ ਸਾਰੇ ਸੂਰਮੇ ਜਦੋਂ ਘੋੜਿਆਂ ਨੂੰ ਭਜਾਉਂਦੇ ਕਹਿੰਦੇ ਘੋੜਿਆਂ ਦੇ ਪੌੜਾਂ ਦੇ ਨਾਲ ਧਰਤੀ ਦੇ ਉੱਪਰੋਂ ਜਿਹੜਾ ਘਟਾ ਉੱਡਦਾ ਐਵੇਂ ਮੰਨੋ ਸਾਰੇ ਤਾਰੇ ਹੀ ਲੁਕਾ ਦਿੱਤੇ। ਸਾਲੰ ਕਰੀ ਮੰਦ ਭੇ ਅੰਧਕਾਰੇ। ਹਾਂ, ਜਿਹੜੀਆਂ ਮਸ਼ਾਲਾਂ ਜਗਾਈਆਂ ਸਨ ਇਹਨਾਂ ਮੁਗਲਾਂ ਨੇ ਉਹ ਵੀ ਕਹਿੰਦੇ ਘਟੇ ਦੇ ਨਾਲ ਸਾਰੀਆਂ ਡਿਮ ਲੋ ਹੋ ਗਈਆਂ। ਤੇ ਤੁਖੇ ਪੁੰਜ ਤੋੜੇ ਲਗਾਏ। ਐਵੇਂ ਫਿਰ ਪਲੀਤੇ ਜਿਹੜੇ ਤੁਖਾ ਕਰਕੇ ਤੋਪਾਂ ਨੂੰ ਅੱਗਾਂ ਲਾਈਆਂ। ਮਨੋ ਰਹਿਣ ਭਾਂਤੋ ਖਦਿਓ ਤੰ ਦਿਖਾਏ। ਐਵੇਂ ਕਹਿੰਦੇ ਤੋਪਾਂ ਦੇ ਵਿੱਚੋਂ ਜਦੋਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਨਿਕਲਦੀਆਂ ਤੇ ਮੁਗਲਾਂ ਨੂੰ ਰੋਲ ਦਿੰਦੀਆਂ। ਆਨੰਦ ਹੋਇਓ ਸੋ ਬਾਜੀ ਹੀ ਰੇਖਾ। ਹਾਂ, ਕਹਿੰਦੇ ਜਦੋਂ ਘੋੜੇ ਭੱਜਦੇ ਧਰਤੀ ਦੀ ਹਿੱਕ ਤੇ ਬੜਾ ਭਾਰੀ ਸ਼ੋਰ ਮਚਦਾ। ਕੈ ਮਾਰ ਨੀਚੇ ਸਕੋ ਪੰਗ ਸਿਖਾ। ਐਵੇਂ ਸਿੱਖ ਸੂਰਮੇ ਕਹਿੰਦੇ ਬੜੇ ਬਲ ਦੇ ਵਿੱਚ ਆਉਂਦੇ ਘੋੜਿਆਂ ਦੇ ਪੌੜ ਦੇ ਖਰਾਕਣਾ ਕਹਿੰਦੇ ਭੱਜ ਕੇ ਨਾ ਮੁਗਲਾਂ ਨੂੰ ਜਾਣ ਨਾ ਦਿਓ, ਕਿਤੇ ਇੱਥੇ ਫੜ ਕੇ ਮਾਰ ਦਿਓ। ਨਹੀਂ ਜਾਣਦੀ ਜੈ ਕਹੋ ਕਾਟ ਡਾਰੋ। ਹਾਂ, ਕਿਤੇ ਵੀ ਮੁਗਲਾਂ ਨੂੰ ਹੁਣ ਭੱਜਣ ਨਾ ਦਿਓ, ਫੜ ਕੇ ਮਾਰ ਦਿਓ। ਚਲੋ ਸਾ ਮੋਹੇ ਵੀਰ ਸੰਕਾ ਨਿਵਾ। ਆ ਸਾਰੇ ਸੂਰਮੇ ਅੱਗੇ ਹੋ ਕੇ ਵੱਧ ਕੇ ਇਹਨਾਂ ਨੂੰ ਮਾਰਨਾ ਕਰੋ। ਜੈ ਬ੍ਰਿੰਦ ਬਾਜੇ ਹੱਕਾ ਹਾਕ ਬੋਲੇ। ਹਾਂ, ਕਹਿੰਦੇ ਬੜੇ ਵਾਜੇ ਵੱਜਦੇ ਜੰਗ ਵਿੱਚ ਹਕਾ ਹਾਕ ਆਵਾਜ਼ ਆਉਂਦੀ। ਇਹ ਭੇੜ ਭਾਰੇ ਕਿਤੇ ਬੰਦ ਡੋਲੇ। ਬੜੇ ਭਾਰੀ ਜਿਹੜੇ ਭੇੜ ਦੋਵਾਂ ਪਾਸਿਓਂ ਮਚ ਗਏ। ਕਾਨ ਕੀ ਮਾਰ ਮਾਚੀ ਪਿਸਾਲਾ। ਐਵੇਂ ਕਹਿੰਦੇ ਦਫੰਗਾਂ ਬੰਦੂਕਾਂ ਦੀ ਮਾਰ ਬੜੀ ਹੀ ਭਾਰੀ ਮਚਦੀ। ਜੰਗੇ ਠਨੰਗੇ ਉੱਠੇ ਠੋਕ ਜਾਲਾ। ਹਾਂ, ਜਦੋਂ ਬੰਦੂਕਾਂ ਦੇ ਵਿੱਚੋਂ ਕਹਿੰਦੇ ਗੋਲੀਆਂ ਨਿਕਲਦੀਆਂ ਤੇ ਬੜੀ ਭਾਰੀ ਖਰਾਕਾ ਆਉਂਦਾ। ਔਰ ਘੋਰੇ ਧਰਾ ਨਾਦ ਠਾਕੈ। ਐਵੇਂ ਜਦੋਂ ਘੋੜੇ ਵੀ ਭੱਜਦੇ ਬਲਦੇ ਨਾਲ ਤੇ ਬੜਾ ਹੀ ਖੜਾਕਾ ਕਰਦੇ। ਜਿਉ ਜੰਗ ਭੀਮੰ ਰਿਪੂਪਾਨ ਖਾਨੈ। ਐਵੇਂ ਬੜਾ ਭਾਰੀ ਕਹਿੰਦੇ ਯੁੱਧ ਮਚ ਗਿਆ। ਸਾਰੇ ਸਿੱਖਾਂ ਸੂਰਮਿਆਂ ਨੇ ਵੈਰੀਆਂ ਨੂੰ ਮਾਰ ਦਿੱਤਾ। ਮੈਂ ਕਸੈਂ ਫੇਰ ਬਾਰੂਦ ਡਾਲੈ। ਆ ਵਾਰ-ਵਾਰ ਸੂਰਮੇ ਬੰਦੂਕ ਨੂੰ ਫੜ ਕੇ ਚਲਾਉਂਦੇ ਕਹਿੰਦੇ ਫੇਰ ਵਾਰ-ਵਾਰ ਗੋਲੀਆਂ ਭਰ ਕੇ ਉਹਨੂੰ ਕੱਸ ਲੈਂਦੇ। ਜੈ ਏਕ ਗੋਰੀ
ਹਾਂ ਕੋਈ ਤਾਂ ਕਹਿੰਦੇ ਇੱਕ ਗੋਲੀ ਚਲਾਉਂਦਾ ਤੇ ਕਈਆਂ ਦੇ ਹੱਥਾਂ ਵਿੱਚ ਦਨਾਲੀਆਂ 2 ਗੋਲੀਆਂ ਚਲਾ ਦਿੰਦੇ। ਲਲਾ ਜੜੇ ਮੋੜ ਤੋੜੇ ਪਖੰਤੇ। ਐਵੇਂ ਸਾਰੇ ਸੂਰਮੇ ਚੜ ਕੇ ਆ ਗਏ ਆ ਲਲਾ ਬੇਗ ਦੀ ਫੌਜ ਦੀ ਪਿੱਠ ਭੰਨਤੀ। ਹਾਥ ਮੈਂ ਤਾਕ ਸਤਰ ਡਪੰਤੇ। ਐਵੇਂ ਹੱਥ ਦੇ ਵਿੱਚ ਵੱਡੇ ਵੱਡੇ ਬਰਸ਼ੇ ਫੜ ਕੇ ਆ ਮੁਗਲਾਂ ਨੂੰ ਮਾਰ ਦਿੰਦੇ। ਰੀਤਾ ਪਖੈ ਮ੍ਰਿੰਦ ਜਵਾਲਾ ਉਗਲੈ। ਐਵੇਂ ਪਲੀਤੇ ਭਖਾ ਕਰਕੇ ਅੱਗ ਲਾ ਕੇ ਬੜੀ ਹੀ ਅੱਗ ਮਚਾ ਦਿੰਦੇ। ਲੈ ਸ਼ੂਕ ਗੋਰੀ ਤੜਾਕੇ ਉਠਾਲੈ। ਆ ਸ਼ੌਂਕ ਦੀ ਕਹਿੰਦੇ ਗੋਲੀ ਚੱਲਦੀ ਬੜਾ ਖੜਾਕਾ ਕਰਦੀ। ਲਗੈ ਅੰਗ ਭੰਗੈ ਤੋ ਰੰਗਾਨ ਡਾਲੈ। ਆ ਜੇ ਤਾਂ ਗੋਲੀ ਘੋੜੇ ਨੂੰ ਵੱਜਦੀ ਕਹਿੰਦੇ ਘੋੜਾ ਹੀ ਥੱਲੇ ਡਿੱਗ ਜਾਂਦਾ। ਜੇ ਕਿਸੇ ਸੂਰਮੇ ਸਿਪਾਹੀ ਨੂੰ ਵੱਜਦੀ ਹੋਵੇ ਧਰਤੀ ਉੱਪਰ ਡਿੱਗਦਾ। ਕਿਤੇ ਸੂਰ ਘਾਏ ਹਲਾ ਚਾਲ ਘਾਲੈ। ਐਵੇਂ ਬੜੀ ਚਾਲ ਦੇ ਨਾਲ ਸਾਰੇ ਵੈਰੀਆਂ ਨੂੰ ਢਾਲਿਆ ਸਿੰਘਾਂ ਨੇ। ਕਿਤੇ ਘਾਏ ਭੂਮੇ ਗਿਰੈ ਵੀਰ ਭੂਮੈ। ਆ ਕਿਤੇ ਤਾਂ ਕਹਿੰਦੇ ਐਵੇਂ ਮੰਨਣਾ ਕਰੋ ਜਿਵੇਂ ਸ਼ਰਾਬ ਪੀ ਕੇ ਸ਼ਰਾਬੀ ਡਿੱਗਦਾ। ਕੁਝ ਤਾਂ ਗੋਲੀ ਦੇ ਵਾਰ ਨਾਲ ਡਿੱਗ ਪੈਂਦੇ ਮਰ ਜਾਂਦੇ, ਕੁਝ ਤਾਂ ਘਾਇਲ ਹੋ ਕੇ ਥੱਲੇ ਡਿੱਗਦੇ ਫੇਰ ਉੱਠ ਪੈਂਦੇ। ਕਿਤੇ ਖਾਏ ਗੋਰੀ ਕੀ ਖਰੇ ਧੀਰ ਝੂਮੈ। ਆ ਕੁਝ ਕੁ ਗੋਲੀਆਂ ਖਾ ਕੇ ਫੇਰ ਧੀਰਜ ਧਾਰ ਕੇ ਖੜੇ ਹੋ ਜਾਂਦੇ। ਸਵਈਆ ਜਾਂ ਜਬ ਮਾਰ ਮਚੀ ਸੋ ਕਨੀ। ਆ ਕਹਿੰਦੇ ਜਦੋਂ ਐਵੇਂ ਬੜਾ ਭਾਰੀ ਯੁੱਧ ਮਚ ਪਿਆ। ਤਬ ਵੇਗ ਲਲਾ ਸਦ ਜਾਨ ਲੜਾਈ। ਉਸ ਵੇਲੇ ਕਹਿੰਦੇ ਪਿੱਛੇ ਜਿਹੜਾ ਜਰਨੈਲ ਸੀ ਲਲਾ ਬੇਗ ਉਹਨੇ ਜਾਣ ਲਿਆ ਕਿ ਭਾਰੀ ਯੁੱਧ ਮਚ ਗਿਆ ਹੁਣ। ਅੰਬਰ ਬੇਗ ਸਮੀਪ ਪਿਖਿਓ ਵਡ। ਉਸ ਵੇਲੇ ਲਲਾ ਬੇਗ ਦਾ ਭਰਾ ਕਮਰ ਬੇਗ ਵੀ ਕੋਲ ਸੀ। ਉਹਨੂੰ ਆਪਣੇ ਕੋਲ ਜਾਣਿਆ ਜਦੋਂ ਵੀਰ ਬਲੀ ਤਿਹ ਸੰਗ ਸੁਨਾਈ। ਆ ਉਸ ਵੇਲੇ ਕਹਿੰਦੇ ਕਮਰ ਬੇਗ ਬੜਾ ਹੀ ਬਲੀ ਸੀ। ਉਹਦੇ ਸਾਹਮਣੇ ਆ ਕੇ ਵੱਡੇ ਭਰਾ ਲਲਾ ਬੇਗ ਨੇ ਕਿਹਾ, ਰਾਤ ਸੁਨੋ ਕਮਸਾਨ ਘਨੋ ਰਣ। ਆ ਕਹਿਣ ਲੱਗਾ ਭਰਾ ਜੀ ਸੁਣਨਾ ਕਰੋ ਭਾਰੀ ਕਮਸਾਨ ਦਾ ਯੁੱਧ ਮਚ ਗਿਆ ਹੋਏ ਅੱਗੇ। ਰਹਿਓ ਸਭ ਕੇ ਅਗਵਾਈ। ਆ ਹੁਣ ਸਾਰਿਆਂ ਦੀ ਕਮਰ ਵੇਗ ਤੂੰ ਅੱਗੇ ਜਾ ਕੇ ਅਗਵਾਈ ਕਰਨੀ ਕਰ। ਪਾਨ ਸ਼ਰਾਬ ਕਰੋ ਕੁਛ ਤੋਰਈ। ਆ ਜਿਹੜੀ ਬਾਰ-ਬਾਰ ਤੂੰ ਸ਼ਰਾਬ ਪੀ ਜਾਣਾ ਇਹਨੂੰ ਛੱਡ ਦੇ। ਤੋ ਸਿਰ ਬਾਗ ਕਰੋ ਅਬ ਤਾਈ। ਆ ਤੇਰੇ ਸਿਰ ਦੇ ਉੱਪਰ ਹੁਣ ਫੌਜਾਂ ਦੀ ਪੱਗ ਵੱਜੀ ਏ। ਆਇਸ ਪ੍ਰਾਤ ਬੜੀ ਕੀ ਸੁਨੀ। ਐਵੇਂ ਕਹਿੰਦੇ ਵੱਡੇ ਭਰਾ ਦੀ ਆਗਿਆ ਨੂੰ ਸੁਣ ਕੇ ਕਮਰ ਬੇਗ ਨੇ ਤਬ ਕੰਬਰ ਬੇਗ ਨੇ ਬਾਗਰ ਕਹਿਓ। ਫੇਰ ਕਮਰ ਬੇਗ ਨੇ ਕਹਿੰਦੇ ਆਪਣੇ ਮੂੰਹ ਦੇ ਵਿੱਚੋਂ ਐਵੇਂ ਕਿਹਾ। ਗੁਰ ਸੈਨ ਡਰੇ ਤਿਸ ਤੇ ਅਬ। ਆ ਕਹਿੰਦੇ ਸ਼ਰਾਬ ਨਾ ਰੱਜਿਆ ਸੀ ਕਮਰ ਬੇਗ ਕਹਿਣ ਲੱਗਾ ਗੁਰੂ ਦੀ ਫੌਜ ਕੀ ਮੇਰੇ ਅੱਗੇ। ਮਾਰਸ ਮੈਨਸ ਅੰਤ ਲਹਿਓ। ਆ ਮੈਂ ਤਾਂ ਰਾਤ ਤੱਕ ਹੀ ਸਾਰਿਆਂ ਨੂੰ ਮਾਰ ਕੇ ਜੰਗ ਦਾ ਅੰਤ ਕਰ ਦੇਣਾ। ਆਪ ਖੁਦਾਏ ਨ ਬਾਂਧ ਦਇਓ। ਹਾਂ ਸ਼ਰਾਬ ਨਾਲ ਕਹਿੰਦੇ ਮਸਤ ਹੋਇਆ ਕੁਝ ਸੁੱਧ ਬੁੱਧ ਨਹੀਂ ਕਿ ਅੱਗੇ ਗੁਰੂ ਦਾ ਗੁਰੂਆਂ ਦੇ ਗੁਰੂ ਛੇਵੇਂ ਪਾਤਸ਼ਾਹ ਬੈਠੇ ਨੇ। ਕੁਝ ਜਾਣਦਾ ਨਹੀਂ ਕਹਿੰਦੇ ਸ਼ਰਾਬ ਦੇ ਨਾਲ ਰੱਜਿਆ ਕਹਿਣ ਲੱਗਾ ਗੁਰੂ ਨੂੰ ਮੈਂ ਤਾਂ ਫੜ ਲਵਾਂਗਾ ਰੱਬ ਨੇ ਬੜੀ ਕਿਰਪਾ ਕੀਤੀ। ਬਿਨ ਤਰਾਸ ਤੈ ਇਸ ਥਾਨ ਰਹਿਓ। ਆ ਬਿਨਾ ਤਰਾਸ ਬਿਨਾ ਡਰ ਤੋਂ ਇਸ ਜਗ੍ਹਾ ਤੇ ਰਹਿ ਰਿਹਾ ਏ। ਆਪ ਤੁਰੰਗਨ ਲੈ ਅਬ ਦੋਨੋਂ। ਆ ਜਿਹੜੇ ਬਾਦਸ਼ਾਹ ਦੇ 2 ਘੋੜੇ ਇਹਦੇ ਕੋਲ ਆਏ ਇਹ ਦੋਵੇਂ ਮੈਂ ਖੋ ਕੇ ਲੈ ਜਾਵਾਂਗਾ। ਆਏ ਮਿਲੈ ਗੁਰ ਲੇਹ ਗਹਿਓ। ਆ ਫਿਰ ਗੁਰੂ ਦੀਆਂ ਬਾਹਾਂ ਬੰਨ ਕੇ ਆ ਬਾਦਸ਼ਾਹ ਦੇ ਕੋਲ ਜਾ ਕੇ ਮਿਲਾਂਗਾ। ਆਪ ਕਰੈ ਬਖਸ਼ੀਸ ਮਹਾ ਜਸ। ਆ ਕਹਿੰਦੇ ਸ਼ਰਾਬ ਨਾ ਰੱਜਿਆ ਕਹਿੰਦਾ ਬਾਦਸ਼ਾਹ ਮੈਨੂੰ ਬੜੀਆਂ ਸੀਸਾਂ ਦਵੇਗਾ ਫਿਰ। ਮੈਲ ਪਰੈ ਸਗਲੇ ਤੁਰਕਾਨਾ। ਆ ਸਾਰੇ ਤੁਰਕਾਂ ਦੇ ਵਿੱਚ ਮੇਰੀ ਬੜੀ ਸੋਭਾ ਹੋਵੇਗੀ। 4000 ਹੀ ਸੈਨ ਸੁਨੀ। ਆ ਕਹਿਣ ਲੱਗਾ ਮੈਂ ਤਾਂ ਸੁਣਿਆ ਏ ਆ ਗੁਰੂ ਦੇ ਕੋਲ ਕੇਵਲ 4000 ਹੀ ਫੌਜ ਦਾ ਦਲ ਏ। ਅਮਰੇ ਟਿਕ ਕੇ ਰਮ ਪੁੰਜ ਮਹਾਨਾ। ਆ ਸਾਡੇ ਕੋਲ ਵੇਖਣਾ ਕਰੋ ਫੌਜਾਂ ਦਾ ਭਾਰੀ ਦਲ ਏ ਲਗਭਗ 35000 ਦੀ ਫੌਜ ਏ। ਆਟੇ ਮੈਂ ਲੋਨ ਸਮਾਨ ਮਿਲਾਵ। ਆ ਇਹ ਤਾਂ ਆਟੇ ਦੇ ਵਿੱਚ ਲੂਣ ਸਮਾਨ ਹੈ ਗੁਰੂ ਦੀ ਫੌਜ। ਕੌਣ ਥਿਰੈ ਦਰਬੇ ਅਗਵਾਨਾ। ਆ ਹੁਣ ਕੌਣ ਸਾਡੇ ਅੱਗੇ ਟਿਕੇਗਾ ਅਸੀਂ ਤਾਂ ਮਾਰ ਦੇਣਾ। ਏਕ ਗੁਰੂ ਸਿੱਖ ਹੈ ਹਮਰੇ 10। ਹਾਂ ਕਹਿਣ ਲੱਗਾ ਗੁਰੂ ਦਾ ਇੱਕ ਸਿੱਖ ਏ ਤੇ ਸਾਡੇ ਤਾਂ ਇਧਰੋਂ 10 ਇੱਕ ਨੂੰ ਫੜਨਗੇ। ਉਹ ਬਲਵਾਨ ਜੋ ਹੋਏ ਨਹਾਨਾ। ਆ ਕਿਹੜਾ ਐਡਾ ਬਲੀ ਹੋਵੇਗਾ ਕਿ ਸਾਡੇ 10 ਨੂੰ ਆ ਕੇ ਫੜ ਲਵੇ। ਪਾਨ ਸ਼ਰਾਬ ਕਰੈ ਬਹੁਤੀ। ਆ ਫੇਰ ਐਵੇਂ ਕਹਿ ਕੇ ਕਹਿੰਦੇ ਆ ਕਮਰ ਬੇਗ ਬੜੀ ਸ਼ਰਾਬ ਪੀਂਦਾ। ਵੇਖ ਦਲਾਰਨ ਫੇਰ ਉਚਾਰੀ। ਆ ਫੇਰ ਲਲਾ ਬੇਗ ਨੇ ਵੇਖ ਕੇ ਇਹਦੇ ਵੱਲ ਬਾਰ-ਬਾਰ ਕਿਹਾ। ਜੋਰ ਪਰਿਓ ਬਹੁ ਘੋਰ ਸੁਨਹਿਰਵ। ਹਾਂ ਕਹਿਣ ਲੱਗਾ ਅਗਲੇ ਪਾਸਿਓਂ ਫੌਜਾਂ ਨੇ ਜ਼ੋਰ ਪਾ ਦਿੱਤਾ ਬੜੀ ਆਵਾਜ਼ ਸੁਣੀ। ਪ੍ਰਸਥਾਨੋ ਠਾਓ
और अगारी। ਹਾਂ ਕਮਰ ਬੇਗ ਹੁਣ ਤੂੰ ਇਥੋਂ ਚੱਲਣਾ ਕਰ, ਜਾ ਕੇ ਅਗਵਾਈ ਕਰ। 7,000 ਸੂਰਜ ਸੂਰ ਆਪਣੇ ਨਾਲ 7,000 ਫੌਜਾਂ ਸੂਰਮਿਆਂ ਦਾ ਦਲ ਲੈ ਜਾ। ਆਪਣੇ ਸੰਗ ਮੈਂ ਬਲ ਭਾਰੀ। ਆ ਸਾਰੇ ਸੂਰਮੇ ਆਪਣੇ ਵਸ ਕਰਕੇ ਹੁਣ ਨਾਲ ਹੀ ਲੈ ਚੱਲ। ਕੇ ਕੋ ਰੋਕੋ ਜਾਏ ਬਿਲੋ। ਅੱਗੋਂ ਜਾ ਕੇ ਆ ਸਿੱਖਾਂ ਨੂੰ ਤੂੰ ਰੋਕ ਲੈ। ਔਰ ਮਹਾ ਕਿਮ ਹੋਤ ਪੁਕਾਰੀ। ਆ ਵੇਖਣਾ ਕਰ ਅੱਗੇ ਐਡਾ ਭਾਰੀ ਰੋਲਾ ਕਾਹਦਾ ਮਚ ਪਿਆ। ਰਾਤ ਕੀ ਆਏ ਸਮਾਨ ਮਿਲ ਆਨ ਚੱਲਿਓ। ਆ ਕਹਿੰਦੇ ਐਵੇਂ ਆਪਣੇ ਭਰਾ ਲਲਾ ਬੇਗ ਦੀ ਆਗਿਆ ਨੂੰ ਸੁਣ ਕੇ ਆ ਕਮਰ ਬੇਗ ਚੱਲ ਪਿਆ। ਪਾਨ ਸੁਰਾ ਕਰ ਵੀਰ ਹੰਕਾਰੀ। ਬੜੀ ਸ਼ਰਾਬ ਨੂੰ ਪੀ ਕੇ ਕਹਿੰਦਾ ਹੰਕਾਰੀ ਮਸਤ ਹੋਇਆ ਏ। ਅੰਬਰ ਬੇਗ ਨ ਬੇਗ ਕਰਿਓ ਉਦ ਬੇਗ। ਹਾਂ ਉਸ ਵੇਲੇ ਕਹਿੰਦੇ ਆ ਜਿਹੜਾ ਕਮਰ ਬੇਗ ਸੀ ਇਹ ਬੜੇ ਬਲ ਦੇ ਵਿੱਚ ਆਇਆ, ਗੁਰੂ ਨੂੰ ਕੁਝ ਨਹੀਂ ਜਾਣਦਾ। ਬੇਗ ਲਲਾ ਨ ਸਹਾਰੀ। ਆ ਇਹ ਜਿਹੜਾ ਬੇਗ ਸੀ ਫਿਰ ਲਲਾ ਬੇਗ ਨੇ ਸਹਾਰਿਆ ਨਹੀਂ। ਦੀਨ ਦਮਾਮੇ ਸਮੂਹ ਬੱਜੇ। ਐਵੇਂ ਲਲਾ ਬੇਗ ਨੇ ਕਹਿੰਦੇ ਬੜੇ ਦਮਾਮੇ ਧੌਂਸੇ ਦੇ ਦਿੱਤੇ। 7,000 ਚੱਲੇ ਬਲ ਭਾਰੀ। ਇਹਦੇ ਨਾਲ 7,000 ਫੌਜਾਂ ਦਾ ਵੱਡਾ ਦਲ ਤੁਰਨ ਲੱਗਾ ਹੁਣ। ਲਾ ਪੁਕਾਰਤ ਗੋਰਨ ਮਾਰਤ। ਐਵੇਂ ਕਹਿੰਦੇ ਬੜੀ ਹਾਹਾਕਾਰ ਕਰਦੇ ਤੁਰੇ ਨੇ, ਕਹਿੰਦੇ ਗੁਰੂ ਨੂੰ ਜਾ ਕੇ ਅਸੀਂ ਫੜ ਕੇ ਮਾਰ ਦੇਣਾ ਹੁਣ। ਤੋਮਰ ਧਾਰਤ ਆਗ ਆਏ ਅਗਾਰੀ। ਆ ਅਸੀਂ ਸਾਰਿਆਂ ਨੂੰ ਅੱਗੋਂ ਜਾ ਕੇ ਮਾਰ ਦਵਾਂਗੇ। ਹਰ ਗੋਬਿੰਦ ਤੀਰ ਬਲੀ ਪਰ। ਆ ਉਧਰਲੇ ਪਾਸੇ ਕਹਿੰਦੇ ਛੇਵੇਂ ਪਾਤਸ਼ਾਹ ਜਿਹੜੇ ਬੜੇ ਧੀਰਜਵਾਨ ਨੇ ਬਲੀ ਹਨ। ਵੀਰ ਸਮੀਰ ਕੇ ਸੰਗ ਬਖਾਨਾ। ਉਸ ਵੇਲੇ ਪਾਤਸ਼ਾਹ ਨੇ ਆਪਣੇ ਸਿੱਖਾਂ ਸੂਰਮਿਆਂ ਨਾਲ ਕਿਹਾ। ਆਏ ਸਹਾਇਕ ਹੋਏ ਅਬੈ। ਉਸ ਵੇਲੇ ਸਿੱਖਾਂ ਦੇ ਕੋਲ ਖੜ ਕੇ ਸੱਚੇ ਪਾਤਸ਼ਾਹ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ, ਹੈ ਸੱਚੇ ਪਾਤਸ਼ਾਹ ਹੁਣ ਮੇਰੀ ਆ ਕੇ ਸਹਾਇਤਾ ਕਰ। ਸੈਨ ਹਿਮਾਲਯ ਸੀਤ ਮਹਾਨਾ। ਆ ਇਹਨਾਂ ਦੇ ਸਰੀਰ ਨੂੰ ਠੰਡੀ ਹਵਾ ਵਾਂਗੂ ਲੱਗ ਕੇ ਆ ਸਾਰੇ ਮੁਗਲਾਂ ਨੂੰ ਮਾਰਨਾ ਕਰ। ਕਰਨ ਕੇ ਤਨ ਸੀਤ ਕਰੋ ਜਿਨ। ਸਾਰੇ ਵੈਰੀਆਂ ਦੇ ਸਰੀਰਾਂ ਨੂੰ ਐ ਠੰਡ ਦੇ ਵਾਂਗੂ ਲੱਗ ਜਾਓ। ਤੇ ਨ ਬਨੈ ਕੁਛ ਹੋਇ ਠਵਰਾਨਾ। ਇਹਨਾਂ ਦੇ ਕੋਲੋਂ ਕੁਝ ਵੀ ਨਾ ਬਣੇ, ਸਾਰੇ ਇੱਕੋ ਜਗ੍ਹਾ ਪੱਥਰ ਹੋ ਜਾਣ। ਉਠੈ ਸਭ ਕੇਰ ਸਰੀਰ। ਆ ਬਾਦਸ਼ਾਹ ਸਾਰੇ ਵੈਰੀ ਇੱਕ ਵਾਰ ਐ ਕੰਬ ਉੱਠਣ। ਧੀਰਜ ਵੀਰਜ ਕੋ ਕਰ ਹਾਨਾ। ਇਹਨਾਂ ਦੇ ਹਿਰਦੇ ਵਿੱਚ ਜਿੰਨਾ ਵੀ ਵੀਰ ਰਸ ਭਰਿਆ ਸਾਰਾ ਨਾਸ਼ ਹੋ ਜਾਵੇ। ਆਇਸ ਪਾਏ ਚਲਿਓ ਹਰ ਖਾਏ। ਐਵੇਂ ਕਹਿੰਦੇ ਪਾਤਸ਼ਾਹ ਨੇ ਜਦੋਂ ਅਰਦਾਸਾਂ ਬੇਨਤੀਆਂ ਕੀਤੀਆਂ ਉਸ ਵੇਲੇ ਸਾਰੇ ਸਿੰਘ ਸੂਰਮੇ ਤਿਆਰ ਹੋਏ, ਪਾਤਸ਼ਾਹ ਦੀ ਅਰਦਾਸ ਚੱਲੇ। ਹੁਣ ਕਿਵੇਂ ਵੱਡੇ ਵੱਡੇ ਜਰਨੈਲ ਜਾ ਕੇ ਪਾਤਸ਼ਾਹ ਦੇ ਅੱਗੇ ਹੁੰਦੇ ਨੇ, ਕਿਵੇਂ ਪਾਤਸ਼ਾਹ ਜੀ ਅੱਗੋਂ ਆ ਕੇ ਟਾਕਰਾ ਕਰਦੇ ਨੇ, ਉਹ ਆਪਾਂ ਹੁਣ ਕੱਲ ਅਗਲੇ ਅਧਿਆਏ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਆਪ ਸਾਧ ਸੰਗਤ ਪਾਤਸ਼ਾਹ ਜੀ ਬਖਸ਼ਣ ਯੋਗ ਨੇ, ਅਣਜਾਣ ਜੀਵ ਸਮਝ ਕੇ ਬਖਸ਼ ਦੇਣਾ ਜੀ। ਗਾਂ ਤੋਂ ਕਥਾ ਵਿਚਾਰ ਕਰਨ ਦੀ ਪਾਤਸ਼ਾਹ ਸੋਝੀ ਪਾਉਣ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਸ੍ਰੀ ਹਰਿ ਗੋਬਿੰਦ ਧੀਰ ਬਲੀ ਪਰ। ਵੀਰ ਸਮੀਰ ਕੇ ਸੰਗ ਬਖਾਨਾ। ਆਏ ਸਹਾਇਕ ਹੋਏ ਅਬੈ। ਲਗ ਸੈਨ ਹਿਮਾਲਯ ਸੀਤ ਮਹਾਨਾ। ਸਤਰਨ ਕੇ ਤਨ ਸੀਤ ਕਰੋ ਜਿਨ। ਤੇ ਨ ਬਨੈ ਕੁਛ ਹੈ ਠਰਵਾਨਾ। ਕੰਪ ਉਠੈ ਸਭ ਕੇਰ ਸਰੀਰ। ਅਧੀਰਜ ਵੀਰਜ ਕੋ ਕਰ ਹਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਨਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧ ਕੂਪ ਮਹਾਪਇਆ ਨਾਨਕ ਪਾਰ ਉਤਾਰ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਚਲ ਨਗਰ। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ। ਸੋ ਹਮਰੀ ਰਛਿਆ ਕਰੇ ਗੁਰ ਕਲਗੀ ਧਰ ਜਗਦੀਸ਼। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ।
ਸੋ ਹਮਰੀ ਰਛਿਆ ਕਰ ਗੁਰ ਕਲ ਕੀ ਧਰ ਜਗਦੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦ ਗੁਰ ਪਾਰ ਉਤਾਰਨ ਹਾਰ। ਜੋ ਸ਼ਰਦਾ ਕਰ ਸੇਵੰਦ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।